ਪਾਰਟੀ ਦੇ ਵੈਸੇ ਉਹਨਾਂ ਨੇ ਐਲਾਨ ਤਾਂ ਕੀਤਾ ਕਿ ਪਾਰਟੀ ਦੀ ਲੀਡਰਸ਼ਿਪ ਤੋਂ ਐਲਾਨ ਰਿਜ਼ਾਈਨ ਕਰਨ ਦਾ, ਉਹਨਾਂ ਨੇ ਰਿਜ਼ਾਈਨ ਕਰ ਦਿੱਤਾ ਹੈ ਕਿ ਰਿਜ਼ਾਈਨ ਕਰਨ ਦਾ ਐਲਾਨ ਕੀਤਾ? ਕੰਜ਼ਰਵੇਟਿਵ ਪਾਰਟੀ ਦੀ ਵੀ ਲੀਡਰਸ਼ਿਪ ਰੇਸ ਪ੍ਰੈਫਰੈਂਸ਼ੀਅਲ ਬੈਲਟ 'ਤੇ ਹੁੰਦੀ ਹੈਗੀ ਆ, ਪਰ ਉਹ ਜੋ ਮੁਲਕ ਦੀਆਂ ਇਲੈਕਸ਼ਨਸ ਨੇ ਉਸ ਲਈ ਪ੍ਰੈਫਰੈਂਸ਼ੀਅਲ ਬੈਲਟ ਦੇ ਖਿਲਾਫ ਹੈਗੇ ਨੇ। ਆਮ ਬੰਦਾ ਜਿਹੜਾ ਮਿਡਲ ਕਲਾਸ ਬੰਦਾ ਉਹ ਇਹ ਕਹਿੰਦਾ ਕਿ ਮੇਰੀ ਲਾਈਫ ਅੱਜ ਕੈਨੇਡਾ 'ਚ ਜੋ 10 ਸਾਲ ਪਹਿਲਾਂ ਸੀ ਮਿਡਲ ਕਲਾਸ ਬੰਦੇ ਦੀ ਉਹਦੇ ਨਾਲੋਂ ਕਈ ਗੁਣਾ ਖਰਾਬ ਹੋਈ। ਉਹ ਮਹਿੰਗਾਈ ਜਿਹੜੀ ਹੈਗੀ ਆਈ ਵੁੱਡ ਆਰਗਿਊ ਟਰੂਡੋ ਦੇ ਕਰਕੇ ਨਹੀਂ ਹੋਈ ਹੈਗੀ, ਉਹ ਮਹਿੰਗਾਈ। ਪਰ ਇਹਦੀ ਇੱਕ ਕ੍ਰਿਟਿਸਿਜ਼ਮ ਇਹ ਵੀ ਹੈ ਨਾ ਕਿ ਇਸ ਕਰਕੇ ਪ੍ਰੋਵੋਕ ਕੀਤਾ ਗਿਆ ਤਾਂ ਕਿ ਕੋਈ ਨੋ ਕੌਨਫੀਡੈਂਸ ਮੋਸ਼ਨ ਨਾ ਆ ਸਕੇ ਇਸ ਤਰ੍ਹਾਂ। ਉਸ ਤੋਂ ਪਹਿਲਾਂ ਇੱਕ ਨਵੇਂ ਲੀਡਰ ਦੀ ਡੈਫੀਨਿਟਲੀ ਲੋੜ ਹੈਗੀ ਆ, ਬਿਕਾਜ਼ ਅਸੀਂ ਜੋ ਸਪਲਾਈ ਹੈਗਾ ਆ ਉਹਨੂੰ ਪਾਸ ਕਰਨਾ ਹੈਗਾ ਆ, ਨਹੀਂ ਗਵਰਨਮੈਂਟ ਬਿਲਕੁਲ ਹੀ ਫਰੀਜ਼ ਹੋ ਜੂਗੀ ਸਪੈਂਡਿੰਗ ਦੇ ਤਰਫ ਤੋਂ। ਤੁਹਾਡਾ ਕੀ ਖਿਆਲ ਹੈ ਕਿ ਨਵਾਂ ਲੀਡਰ ਕੋਈ ਜੇ ਨਵਾਂ ਲੀਡਰ ਆ ਜਾਂਦਾ ਜਗਮੀਤ ਸਿੰਘ ਦੀ ਪੋਜੀਸ਼ਨ ਚੇਂਜ ਹੋ ਸਕਦੀ? ਟਾਮਸ ਮੁਲਕੇਰੀ ਕੱਲ ਪਰਸੋਂ ਨਿਊਜ਼ ਦੇ ਉੱਤੇ ਕਹਿ ਰਿਹਾ ਸੀਗਾ that you can never count the Liberal Party of Canada out. ਸੋ ਪ੍ਰੋਗ ਦਾ ਥੋੜਾ ਜਿਹਾ ਬਰੀਫਲੀ ਥੋੜਾ ਐਕਸਪਲੇਨ ਕਰ ਸਕੋਗੇ ਜਦੋਂ ਪ੍ਰੋਗ ਹੋਈ ਦਾ ਮਤਲਬ ਕੀ ਹੈ? ਸੋ ਬੇਸਿਕਲੀ ਜੋ ਵੀ ਪਾਰਲੀਮੈਂਟ ਦੇ ਵਿੱਚ ਚੱਲ ਰਿਹਾ ਸੀਗਾ that has been cancelled and ਜਦੋਂ ਪਾਰਲੀਮੈਂਟ ਰੀਸਟਾਰਟ ਹੋਗੀ ਪ੍ਰੋਰੋਗੇਸ਼ਨ ਤੋਂ ਬਾਅਦ then everything will be reset fresh and new. ਸੋ 24 ਤੱਕ ਗਵਰਨਮੈਂਟ ਦੇ ਫੰਕਸ਼ਨਿੰਗ 'ਚ ਕੋਈ ਪ੍ਰੋਬਲਮ ਨਹੀਂ? ਕੋਈ ਪ੍ਰੋਬਲਮ ਨਹੀਂ। ਤੇ 24 ਨੂੰ ਜਦੋਂ ਮਾਰਚ 31 ਤੱਕ ਇਹਦੇ ਇਸ ਦੌਰਾਨ ਕੀ ਇੰਟਰਮ ਲੀਡਰ ਵੀ ਚੁਣਿਆ ਜਾ ਸਕਦਾ? And we've seen in last several elections, ਨਾ ਕਿ ਸਿਰਫ ਕੈਨੇਡਾ ਦੇ ਵਿੱਚ ਪਰ ਹੋਰਾਂ ਮੁਲਕਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਅਟੈਂਪਟਸ ਕੀਤੇ ਜਾ ਰਹੇ ਹੈਗੇ ਨੇ ਸੋ ਦੈਟ ਡੈਮੋਕ੍ਰੇਸੀ ਨੂੰ ਡੀਸਟੇਬਲਾਈਜ਼ ਕੀਤਾ ਜਾਵੇ। 24th ਦੀ ਜਿਹੜੀ ਡੇਟ ਹੈਗੀ ਆ ਇਟਸ ਵੈਰੀ ਇੰਪੋਰਟੈਂਟ ਕਿਉਂਕਿ ਮਾਰਚ 31 ਤੇ ਸਾਡਾ ਜਿਹੜਾ ਫਿਸਕਲ ਬਜਟ ਹੈਗਾ ਆ ਉਹ ਐਂਡ ਹੁੰਦਾ ਹੈਗਾ ਆ। ਜੇ ਮੰਨ ਲਿਆ ਕੌਨਫੀਡੈਂਸ ਮੋਸ਼ਨ ਲੂਜ਼ ਕਰ ਜਾਂਦੀ ਹੈ ਤੁਹਾਡੀ ਗਵਰਨਮੈਂਟ ਤੇ ਉਸ ਤੋਂ ਬਾਅਦ ਫਿਰ ਕਿੰਨੀ ਦੇਰ ਬਾਅਦ ਇਲੈਕਸ਼ਨ ਹੋਏਗੀ? ਜਿਸ ਟਾਈਮ ਤੇ ਇੱਕ ਨਵਾਂ ਲੀਡਰ ਸਿਲੈਕਟ ਕੀਤਾ ਜਾਂਦਾ ਆ ਉਸ ਟਾਈਮ ਤੇ ਉਹ ਆਪਦਾ ਲੀਡਰ ਤੇ ਪ੍ਰਾਈਮ ਮਿਨਿਸਟਰ ਦਾ ਅਹੁਦਾ ਛੱਡ ਦੇਣਗੇ। ਇਹ ਹੁਣ ਜਿਹੜੀ ਨਵੀਂ ਲੀਡਰਸ਼ਿਪ ਦੀ ਇਲੈਕਸ਼ਨ ਹੈ ਇਹਨੂੰ ਕਿੰਨਾ ਟਾਈਮ ਲੱਗਣਾ? ਐਂਡ ਉਹ ਆਪਦੀ ਲੈਗੇਸੀ ਨੂੰ ਇਸ ਤਰ੍ਹਾਂ ਨਹੀਂ ਛੱਡ ਕੇ ਜਾਣਗੇ, ਉਹ ਡੈਫੀਨਿਟਲੀ ਹੋਰ ਵੀ ਅਨਾਉਂਸਮੈਂਟਸ ਕਰਨਗੇ ਐਂਡ ਹੀ ਇਜ਼ ਗੋਇੰਗ ਟੂ ਬੀ ਐਨ ਐਕਟਿਵ ਪ੍ਰਾਈਮ ਮਿਨਿਸਟਰ। ਮੰਨ ਲਿਆ ਨੋ ਕੌਨਫੀਡੈਂਸ ਮੋਸ਼ਨ ਲੈ ਕੇ ਆਉਂਦੇ ਨੇ ਉਸ ਵੇਲੇ ਕੀ ਹੋਣਾ ਫਿਰ ਹੁਣ? ਸੋ ਜੋ ਆਪਾਂ ਕੈਨੇਡਾ ਅੱਜ ਦੇਖਦੇ ਹੈਗੇ ਆ ਜਿਸ ਤਰ੍ਹਾਂ ਕੈਨੇਡਾ ਨੂੰ ਸ਼ੇਪ ਕੀਤਾ ਗਿਆ ਹੈਗਾ ਆ ਆਈ ਵੁੱਡ claim that ਇਹਦਾ ਬਹੁਤ ਹੀ ਵੱਡਾ ਹਿੱਸਾ ਜੋ ਹੈਗਾ ਆ ਉਹ ਲਿਬਰਲ ਪਾਰਟੀ ਦਾ ਹੈਗਾ ਆ। ਸੋ ਜਿਹੜਾ ਗੈਪ ਸੀਗਾ ਕਿ ਲੋਕਾਂ 'ਚ ਤੇ ਉਸ ਚੀਜ਼ ਨੂੰ ਲੈ ਕੇ ਬੇਚੈਨੀ ਸੀ ਪਰ ਪ੍ਰਾਈਮ ਮਿਨਿਸਟਰ ਨੂੰ ਮੰਨਣ ਨੂੰ ਇੰਨਾ ਟਾਈਮ ਲੱਗ ਗਿਆ, ਇਹ ਗੈਪ ਕਿੱਥੇ ਰਿਹਾ? ਕੋਈ ਇਨਫੋਰਮੇਸ਼ਨ ਨਹੀਂ ਸੀ ਪਹੁੰਚ ਰਹੀ? ਜੇ ਐਂਡ ਆਫ ਮਾਰਚ ਦੇ ਵਿੱਚ ਡਿਕਲੇਅਰ ਹੁੰਦੀ ਹੈਗੀ ਆ then we can see an election most likely in June sometime. ਗੁੱਡ ਮਾਰਨਿੰਗ ਟੋਰਾਂਟੋ ਤੁਸੀਂ ਸੁਣ ਰਹੇ ਹੋ ਜੀ ਤੇ ਇਸ ਵੇਲੇ ਜਿਹੜਾ ਫੋਕਸ ਹੈ ਉਹ ਮੁਲਕ ਦੀ ਫੈਡਰਲ ਪੋਲਿਟਿਕਸ 'ਤੇ ਆ ਕਿ ਪ੍ਰਾਈਮ ਮਿਨਿਸਟਰ ਨੇ ਜੋ ਕੱਲ੍ਹ ਐਲਾਨ ਕੀਤਾ ਉਹਦਾ ਕੀ ਮਤਲਬ ਹੈ ਤੇ ਉਸ ਤੋਂ ਬਾਅਦ ਹੁਣ ਇਸ ਵੇਲੇ ਜਿਹੜੀ ਗਵਰਨਮੈਂਟ ਦਾ ਸਟੇਟਸ ਕੀ ਹੈ ਤੇ ਆਉਣ ਵਾਲੇ ਜਿਹੜੇ ਮਹੀਨੇ ਨੇ ਜਦ ਤੱਕ ਪਾਰਲੀਮੈਂਟ ਪ੍ਰੋਰੋਗ ਕਰਨ ਦਾ ਉਹਨਾਂ ਨੇ ਐਲਾਨ ਕੀਤਾ ਤੇ ਗਵਰਨਮੈਂਟ ਕਿਵੇਂ ਚੱਲੇਗੀ? ਇਹ ਸਾਰੇ ਸਵਾਲ ਇੱਕ ਆਮ ਕੈਨੇਡੀਅਨ ਲਈ ਇਸ ਵੇਲੇ ਥੋੜ੍ਹਾ ਜਿਹਾ ਕਨਫਿਊਜ਼ਨ ਵਾਲੇ ਸਵਾਲ ਵੀ ਨੇ ਤੇ ਇਸ ਤੋਂ ਇਲਾਵਾ ਵੀ ਜਿਹੜੀ ਸਾਰੀ ਇਹ ਪੋਲੀਟੀਕਲ ਡਿਬੇਟ ਹੈ ਉਹਦੇ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ। ਤੇ ਸਾਡੇ ਨਾਲ ਸਟੂਡੀਓ 'ਚ ਇਸ ਵੇਲੇ ਫੈਡਰਲ ਮਿਨਿਸਟਰ ਆਫ ਡੈਮੋਕ੍ਰੈਟਿਕ ਇੰਸਟੀਟਿਊਸ਼ਨ ਅਤੇ ਮਿਨਿਸਟਰ ਰਿਸਪੋਂਸੀਬਲ ਫਾਰ ਦਾ ਫੈਡਰਲ ਇਕਨੋਮਿਕ ਡਿਵੈਲਪਮੈਂਟ ਏਜੰਸੀ ਆਫ ਸਦਰਨ ਓਨਟਾਰੀਓ ਰੂਬੀ ਸੋਤਾ ਨੇ, ਸਾਡੇ ਬਰੈਂਪਟਨ ਨਾਰਥ ਤੋਂ MP ਨੇ ਤੇ ਮਿਨਿਸਟਰ ਬਣਨ ਤੋਂ ਬਾਅਦ ਪਹਿਲੀ ਵਾਰ ਸਟੂਡੀਓ 'ਚ ਨੇ। ਮਿਨਿਸਟਰ ਬਹੁਤ ਬਹੁਤ ਤੁਹਾਡਾ ਸਵਾਗਤ। Thank you, Shamil. Good morning to you once again. It's wonderful to be on Red FM. I always enjoy my time coming to Red FM. I think in studio ਮੈਨੂੰ ਕੁਝ ਟਾਈਮ ਹੋ ਗਿਆ ਹੈਗਾ ਪਰ over the phone ਤਾਂ ਆਪਾਂ ਕਰਦੇ ਹੀ ਰਹਿੰਦੇ ਹੈਗੇ ਆ। Happy New Year to you and to all your listeners. Thank you. ਕਿਉਂਕਿ ਤੁਸੀਂ ਪੋਲੀਟੀਕਲ ਇਸ਼ੂ ਦੇ ਆਪਾਂ ਗੱਲ ਬਾਅਦ 'ਚ ਕਰਦੇ ਹਾਂ, ਪਹਿਲਾਂ ਤਾਂ ਤੁਸੀਂ ਮਿਨਿਸਟਰ ਬਣਨ ਤੋਂ ਬਾਅਦ ਪਹਿਲੀ ਵਾਰ ਆਏ ਹੋ। ਜਿਹੜਾ ਤੁਹਾਡਾ ਇਹ ਰੋਲ ਹੈ ਮਿਨਿਸਟਰ ਆਫ ਡੈਮੋਕ੍ਰੈਟਿਕ ਇੰਸਟੀਟਿਊਸ਼ਨ ਤੇ ਜਿਹੜਾ ਦੂਸਰਾ ਰੋਲ ਫੈਡਰਲ ਇਕਨੋਮਿਕ ਡਿਵੈਲਪਮੈਂਟ ਏਜੰਸੀ ਫਾਰ ਸਦਰਨ ਓਨਟਾਰੀਓ, ਇਹਦਾ ਥੋੜ੍ਹਾ ਜਿਹਾ ਦੱਸੋਗੇ ਇਸ ਵਿੱਚ ਕੀ ਰੋਲ ਹੁੰਦਾ ਇਹਦੇ 'ਚ ਤੁਹਾਡਾ? ਹਾਂਜੀ ਸ਼ੋਰ, ਜਿਹੜਾ
ਡੈਮੋਕ੍ਰੈਟਿਕ ਇੰਸਟੀਟਿਊਸ਼ਨਸ ਦਾ ਰੋਲ ਹੈਗਾ ਆ ਇਹ ਪਬਲਿਕ ਸੇਫਟੀ ਨਾਲ ਵੀ ਪਹਿਲਾਂ ਕੰਬਾਈਨ ਕੀਤਾ ਗਿਆ ਸੀ ਡੋਮਿਨਿਕ ਲਬਲੌਂਕ ਜੋ ਮਿਨਿਸਟਰ ਆਫ ਫਾਈਨੈਂਸ ਹੈਗੇ ਨੇ ਇਸ ਵਕਤ ਉਹਨਾਂ ਦੇ ਕੋਲ ਇਹ ਰੋਲ ਸੀਗਾ when he was public safety minister ਉਸ ਤੋਂ ਪਹਿਲਾਂ it was by itself if you recall ਸਾਡੀ ਮੈਂਡੇਟ ਦੀ ਬਿਗਿਨਿੰਗ ਦੇ ਵਿੱਚ ਇੱਕ ਐਕਸਪਲੋਰੇਸ਼ਨ ਕੀਤੀ ਗਈ ਸੀਗੀ ਵੀ ਜਿਹੜਾ ਵੋਟਿੰਗ ਸਿਸਟਮ ਹੈਗਾ ਕਿ ਕੈਨੇਡਾ ਦਾ ਵੋਟਿੰਗ ਸਿਸਟਮ ਫਰਸਟ ਪਾਸ ਦ ਪੋਸਟ ਜੋ ਹੈਗਾ ਆ ਉਹਨੂੰ ਚੇਂਜ ਕਰਨਾ ਚਾਹੀਦਾ ਹੈ so that more people feel that their vote is reflected in the outcome and result. European countries 'ਚ ਆਪਾਂ ਦੇਖਦੇ ਹੈਗੇ and there's different ways of voting. ਆਪਣੀ ਜੋ listenership ਹੈਗੀ ਆ I think ਉਹ first past the post ਨੂੰ used to ਹੈਗੀ ਆ ਕਿਉਂਕਿ India, Pakistan, many countries have this system. So that is a part of it. ਆਪਣੀ elections ਨੂੰ ਕਿਸ ਤਰ੍ਹਾਂ protect ਕਰਨਾ ਆ ਉਹਦੀ safety ਜੋ ਕਾਫੀ ਅਹਿਮ ਮੁੱਦਾ ਬਣਿਆ ਹੋਇਆ ਹੈਗਾ ਆ ਪਿਛਲੇ ਸਾਲ ਦਾ ਮੇਰਾ ਰਿਗਰੈਟ ਹੈ ਇਹ ਕੰਮ ਮੈਂ ਨਹੀਂ ਕਰ ਸਕਿਆ yes you're right yesterday in his press conference ਉਹਨਾਂ ਨੇ ਵੀ ਇਹ ਗੱਲ ਕਹੀ ਸੀਗੀ of course ਜਦੋਂ ਉਹਨਾਂ ਨੇ ਮੈਨੂੰ ਇਹ ਅਸਾਈਨਮੈਂਟ ਦਿੱਤੀ ਹੈਗੀ ਆ ਇਸ ਤਰ੍ਹਾਂ ਦੀ ਸਾਡੀ ਗੱਲਬਾਤ ਜ਼ਰੂਰ ਹੋਈ ਹੈਗੀ ਆ ਬਟ ਵੀ ਡੋਂਟ ਹੈਵ ਦ ਮੈਂਡੇਟ ਫॉर that now ਉਹ ਟਾਈਮ ਲੰਘ ਗਿਆ ਹੈਗਾ ਆਬਵੀਅਸਲੀ ਉਹਦੇ ਲਈ ਲੰਬਾ ਰਨਵੇ ਚਾਹੀਦਾ ਹੁੰਦਾ ਹੈਗਾ ਆ ਸੋ ਪਰਹੈਪਸ ਐਟ ਅਨਦਰ ਟਾਈਮ ਉਹ ਚੀਜ਼ ਦੁਬਾਰਾ ਐਕਸਪਲੋਰ ਕੀਤੀ ਜਾ ਸਕਦੀ ਹੈਗੀ ਆ ਕਿਉਂਕਿ ਜਿਹੜੀਆਂ ਸਾਡੀ ਲੀਡਰਸ਼ਿਪ ਰੇਸਿਸ ਨੇ ਉਹ ਪ੍ਰੈਫਰੈਂਸ਼ੀਅਲ ਬੈਲਟ ਤੇ ਹੁੰਦੀਆਂ ਹੈਗੀਆਂ ਨੇ ਇਸ ਵਕਤ ਪਰ ਕੰਜ਼ਰਵੇਟਿਵ ਪਾਰਟੀ ਦੀ ਵੀ ਲੀਡਰਸ਼ਿਪ ਰੇਸ ਪ੍ਰੈਫਰੈਂਸ਼ੀਅਲ ਬੈਲਟ ਤੇ ਹੁੰਦੀ ਹੈਗੀ ਆ ਪਰ ਉਹ ਜੋ ਮੁਲਕ ਦੀਆਂ ਇਲੈਕਸ਼ਨਸ ਨੇ ਉਸ ਲਈ preferential ballot ਦੇ ਖਿਲਾਫ ਹੈਗੇ ਨੇ so it's interesting I think it's worth studying and exploring in the future ਪਰ ਖਾਸ ਕਰਕੇ ਜੋ disinformation misinformation ਇਹ ਕਾਫੀ ਇੱਕ ਵੱਡਾ concern ਹੈਗਾ ਆ that's why ਇਹ public safety ਦੇ ਥੱਲੇ ਵੀ ਇਹ portfolio ਰਿਹਾ ਹੈਗਾ ਆ ਕਿਉਂਕਿ foreign actors foreign threats ਹੈਗੇ ਨੇ internally misinformation ਤਾਂ internally ਵੀ spread ਹੁੰਦੀ ਹੈਗੀ ਆ ਜਿਹੜੀ disinformation campaigns ਆਪਾਂ ਦੇਖਦੇ ਹੈਗੇ ਆ ਉਹ mostly foreign actors ਦੇ through ਹੋ ਰਹੀਆਂ ਹੈਗੀਆਂ ਨੇ and we've seen in last several elections ਨਾ ਕਿ ਸਿਰਫ ਕੈਨੇਡਾ ਦੇ ਵਿੱਚ ਪਰ ਹੋਰਾਂ ਮੁਲਕਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ attempts ਕੀਤੇ ਜਾ ਰਹੇ ਹੈਗੇ ਨੇ so that democracy ਨੂੰ destabilize ਕੀਤਾ ਜਾਵੇ so these are really important issues ਇੱਕ legislation ਵੀ process ਦੇ ਵਿੱਚ ਸੀਗਾ ਕਮੇਟੀ ਸਟੇਜ ਤੇ ਪਹੁੰਚਿਆ ਹੋਇਆ ਸੀਗਾ ਜਿਹਦੇ ਵਿੱਚ ਕੁਝ improvements elections ਦੇ ਵਿੱਚ ਲੈ ਕੇ ਆਉਣ ਦੀ ਕੋਸ਼ਿਸ਼ ਸੀਗੀ ਕਿਉਂਕਿ ਹਰ ਇੱਕ ਇਲੈਕਸ਼ਨ ਤੋਂ ਬਾਅਦ elections ਕੈਨੇਡਾ ਜੋ ਆਪਣੀ independent body ਹੈਗੀ ਆ ਉਹ ਕੁਝ recommendations ਬਣਾਉਂਦੀ ਹੈਗੀ ਆ ਉਸ recommendations government consider ਕਰਕੇ changes ਬਣਾਉਂਦੀ ਹੈਗੀ ਆ so all of that stuff would fall under this portfolio and then economic development I think apne listeners kafi aware honge development agencies alag regions ਲਈ ਬਣੀਆਂ ਹੋਈਆਂ ਹੈਗੀਆਂ ਨੇ ਕੈਨੇਡਾ ਦੇ ਵਿੱਚ ਇੱਕ federal umbrella ਦੇ ਥੱਲੇ Western Canada ਦੀ ਅਲੱਗ ਹੈਗੀ ਆ on Southern Ontario ਖਾਸ ਕਰਕੇ ਇੱਕ largest part of our economy ਹੈਗੀ ਆ about 50% of manufacturing ਜੋ ਹੁੰਦੀ ਹੈਗੀ ਆ ਉਹ Southern Ontario ਦੇ ਵਿੱਚ ਹੁੰਦੀ ਹੈਗੀ ਆ and ਬਾਕੀ 50% ਬਾਕੀ country ਦੇ ਨਾਲ share ਕੀਤੀ ਜਾਂਦੀ ਹੈਗੀ ਆ so this is a very important sector that as a government ਸਾਡਾ ਪਿਛਲੇ ਸਾਲਾਂ ਦੇ ਵਿੱਚ ਵੀ ਬਹੁਤ ਇਨਵੈਸਟਮੈਂਟ ਹੋਈ ਹੈਗੀ ਆ we've invested in over 400 different projects since we've been in government here just in Southern Ontario alone ਖਾਸ ਕਰਕੇ EV plants ਦੇ ਵਿੱਚ ਇੱਥੇ manufacturing ਦੇ ਵਿੱਚ that has been our focus but AI technology ਵੀ ਇਹਦਾ ਇੱਕ important part ਹੈਗਾ ਆ and prefabricated ਜਿਹੜੇ homes ਹੈਗੇ ਆ modular homes ਉਹਦਾ ਹਿੱਸਾ ਵੀ ਇਸ portfolio ਦੇ ਥੱਲੇ ਆਉਂਦਾ ਹੈਗਾ ਆ which is an old idea that ਜਿਹੜੀ reinvent ਕੀਤੀ ਜਾ ਰਹੀ ਹੈਗੀ ਆ ਆਉਣ ਵਾਲੇ ਟਾਈਮ ਦੇ ਵਿੱਚ so that housing crisis ਨੂੰ support ਮਿਲ ਸਕੇ ਚਲੋ ਜੀ ਹੁਣ ਅਸੀਂ ਕਰਦੇ ਹਾਂ ਗੱਲ ਜਿਹੜੇ ਅੱਜ ਦੇ ਪੋਲੀਟੀਕਲ ਇਸ਼ੂਜ਼ ਨੇ ਤੇ ਸਭ ਤੋਂ ਵੱਡਾ ਇਸ ਵੇਲੇ ਜਿਹੜੇ ਸਵਾਲ ਹੈ ਕਿ ਪ੍ਰਾਈਮ ਮਿਨਿਸਟਰ ਨੇ ਜਿਹੜੀ ਕੱਲ੍ਹ ਅਨਾਊਂਸਮੈਂਟ ਕੀਤੀ ਹੈ ਉਸ ਤੋਂ ਬਾਅਦ ਹੁਣ ਇਸ ਵੇਲੇ ਮਤਲਬ ਕੀ ਸਿਚੁਏਸ਼ਨ ਹੈ ਕੀ ਉਹ ਅਜੇ ਪ੍ਰਾਈਮ ਮਿਨਿਸਟਰ ਨੇ ਪਾਰਟੀ ਦੇ ਵੈਸੇ ਉਹਨਾਂ ਨੇ ਐਲਾਨ ਤਾਂ ਕੀਤਾ ਕਿ ਪਾਰਟੀ ਦੀ ਲੀਡਰਸ਼ਿਪ ਤੋਂ ਐਲਾਨ ਰਿਜ਼ਾਈਨ ਕਰਨ ਦਾ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ ਹੈ ਕਿ ਰਿਜ਼ਾਈਨ ਕਰਨ ਦਾ ਐਲਾਨ ਕੀਤਾ ਕੀ ਸਿਚੁਏਸ਼ਨ ਇਸ ਵੇਲੇ ਹੈ ਕੀ ਸਿਚੁਏਸ਼ਨ ਹੋ So the country always needs a government to run, right? Ek prime minister di lord hegi and I think kafi kush
ਕੁਝ ਦਿਨ ਇਸ ਅਨਾਉਂਸਮੈਂਟ ਤੋਂ ਪਹਿਲਾਂ discussions ਹੋ ਰਹੀਆਂ ਸੀਗੀਆਂ ਵੀ will the prime minister maybe step down and ਇੱਕ interim prime minister ਬਣੂਗਾ ਸੋ ਜੋ ਉਹਨਾਂ ਦਾ ਕੱਲ ਦਾ announcement ਸੀਗਾ ਉਹ ਇਹ ਸੀਗਾ that he will continue to be the prime minister but he will not run in the next election ਜੇ ਮੈਂ clarify ਕਰ ਸਕਾਂ ਕੁਝ in different words than what he used and ਉਹ encourage ਕਰ ਰਹੇ ਹੈਗੇ ਆ ਵੀ ਇੱਕ leadership race start ਹੋਵੇ ਇਸ ਲਈ ਉਹਨਾਂ ਨੇ ਪਾਰਲੀਮੈਂਟ ਨੂੰ ਪ੍ਰੋਗ ਕਰ ਦਿੱਤਾ ਹੈਗਾ until March 24th ਉਸ ਲੀਡਰਸ਼ਿਪ ਰੇਸ ਤੋਂ ਬਾਅਦ ਜਦੋਂ ਇੱਕ ਨਵਾਂ ਲੀਡਰ ਸਿਲੈਕਟ ਕੀਤਾ ਜਾਊਗਾ ਉਹ ਲੀਡਰ ਇੱਕ ਤਾਂ ਪਾਰਟੀ ਦਾ ਲੀਡਰ ਬਣ ਜਾਊਗਾ ਐਂਡ ਇੱਕ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਬਣ ਜਾਊਗਾ ਸੋ ਜਿਸ ਟਾਈਮ ਤੇ ਇੱਕ ਨਵਾਂ ਲੀਡਰ ਸਿਲੈਕਟ ਕੀਤਾ ਜਾਂਦਾ ਆ ਉਸ ਟਾਈਮ ਤੇ ਉਹ ਆਪਦਾ ਲੀਡਰ ਤੇ ਪ੍ਰਾਈਮ ਮਿਨਿਸਟਰ ਦਾ ਅਹੁਦਾ ਛੱਡ ਦੇਣਗੇ ਸੋ ਜਦੋਂ ਤੱਕ ਪਾਰਟੀ ਨਵਾਂ ਲੀਡਰ ਨਹੀਂ ਚੁਣਦੀ ਉਦੋਂ ਤੱਕ ਉਹ ਪ੍ਰਾਈਮ ਮਿਨਿਸਟਰ ਨੇ ਉਦੋਂ ਤੱਕ ਉਹ ਪਾਰਟੀ ਦੇ ਲੀਡਰ ਵੀ ਨੇ ਓਕੇ ਇਹ ਹੁਣ ਜਿਹੜੀ ਨਵੀਂ ਲੀਡਰਸ਼ਿਪ ਦੀ ਇਲੈਕਸ਼ਨ ਹੈ ਇਹਨੂੰ ਕਿੰਨਾ ਟਾਈਮ ਲੱਗਣਾ ਦੇਖੋ there's different ideas ਕੁਝ ਲੋਕ ਕਹਿੰਦੇ ਆ ਇੱਕ ਵਧੀਆ ਲੀਡਰਸ਼ਿਪ ਰੇਸ ਰੱਖਣ ਲਈ 100 ਦਿਨ ਚਾਹੀਦੇ ਹੈਗੇ ਆ ਕੁਝ ਲੋਕ ਕਹਿੰਦੇ ਆ ਇਹ 2 ਮਹੀਨਿਆਂ ਦੇ ਵਿੱਚ quite possible ਹੈਗਾ ਆ ਸੋ ਕੱਲ ਪਾਰਟੀ ਐਗਜ਼ੀਕਿਊਟਿਵ ਦੀ ਮੀਟਿੰਗ ਹੋਈ ਹੈਗੀ ਆ ਕੱਲ ਸਾਡੀ ਪ੍ਰਾਈਮ ਮਿਨਿਸਟਰ ਦੇ ਨਾਲ ਵੀ ਮੀਟਿੰਗ ਹੋਈ ਆ lots of different meetings took place yesterday to figure out be road ahead ਕਿਸ ਤਰ੍ਹਾਂ ਹੋਊਗੀ ਅੱਜ ਸ਼ਾਮ ਨੂੰ ਵੀ ਮੈਂ ਆਟਵਾ ਚੱਲੀ ਹੈਗੀ ਹਾਂ we'll have more further meetings today and tomorrow to discuss the road ahead so ਪਾਰਟੀ ਦੀ ਜੋ ਲੀਗਲ ਟੀਮ ਹੈਗੀ ਆ ਜੋ ਕਨਸਟੀਟਿਊਸ਼ਨ ਹੈ ਉਸ ਦੇ ਹਿਸਾਬ ਦੇ ਨਾਲ ਅਸੀਂ ਦੇਖ ਰਹੇ ਹੈਗੇ ਆ ਵੀ ਜਲਦੀ ਤੋਂ ਜਲਦੀ ਜਿਹੜੀ ਲੀਡਰਸ਼ਿਪ ਰੇਸ ਆ ਉਹਦੀ ਡੈਡਲਾਈਨ ਦਿੱਤੀ ਜਾਵੇ ਕੈਂਡੀਡੇਟਸ ਨੂੰ ਅਨਾਉਂਸ ਕਰਨ ਲਈ ਉਹਦੀ ਮੈਂਬਰਸ਼ਿਪ ਦੀ ਵੀ ਇੱਕ ਕੱਟ ਆਫ ਡੇਟ ਰੱਖੀ ਜਾਊਗੀ we don't know whether that will be backdated or into the future so that ਜਲਦੀ ਤੋਂ ਜਲਦੀ ਜੋ ਮੈਂਬਰਸ ਹੈਗੇ ਨੇ ਪਾਰਟੀ ਦੇ ਉਹ ਇੱਕ ਲੀਡਰ ਨੂੰ ਸਿਲੈਕਟ ਕਰ ਸਕਣ and we need to make sure that ਇੱਕ ਲੀਡਰ obviously March 24th ਤੋਂ ਕੁਛ ਟਾਈਮ ਪਹਿਲਾਂ ਸਿਲੈਕਟ ਕੀਤਾ ਜਾਵੇ so that ਉਹ ਆਪਦੀ vision ਲੈ ਕੇ ਆ ਸਕਣ prepare ਕਰ ਸਕਣ ਥੋੜਾ ਜਿਹਾ and they can come back and 24th ਦੀ ਜਿਹੜੀ ਡੇਟ ਹੈਗੀ ਆ it's very important ਕਿਉਂਕਿ March 31st ਤੇ ਸਾਡਾ ਜਿਹੜਾ ਫਿਸਕਲ ਬਜਟ ਹੈਗਾ ਆ ਉਹ ਐਂਡ ਹੁੰਦਾ ਹੈਗਾ ਆ and ਜਿਸ ਤਰ੍ਹਾਂ ਹੀ ਇਸ ਦਸੰਬਰ ਦੇ ਵਿੱਚ ਉਹਨੂੰ ਸਪਲਾਈ ਡੇਜ਼ ਕਹਿੰਦੇ ਹੈਗੇ ਆ ਜਿਹੜੀ ਗਵਰਨਮੈਂਟ ਸਪੈਂਡਿੰਗ ਹੈਗੀ ਆ ਉਹਨੂੰ ਅਪਰੂਵ ਕਰਨਾ ਪੈਂਦਾ ਹੈਗਾ ਸੋ ਉਹ 2 ਹਿੱਸਿਆਂ ਦੇ ਵਿੱਚ ਹੁੰਦਾ ਹੈਗਾ ਸਾਲ ਦੇ ਵਿੱਚ ਇੱਕ ਦਸੰਬਰ 'ਚ ਹੁੰਦਾ ਹੈਗਾ ਇੱਕ March 31st ਤੋਂ ਪਹਿਲਾਂ ਹੁੰਦਾ ਸਾਡੇ ਜਿਹੜੇ ਪ੍ਰੋਸੀਜਰ ਦੇ ਰੂਲਸ ਹੈਗੇ ਉਹਦੇ ਵਿੱਚ ਲਿਖਿਆ ਗਿਆ ਹੈਗਾ ਆ ਵੀ ਕਿਸ ਡੇਟ ਤੋਂ ਪਹਿਲਾਂ ਉਹ ਸਪਲਾਈ ਡੇਜ਼ ਪਾਸ ਕਰਨੇ ਹੁੰਦੇ ਹੈਗੇ ਆ ਤੇ ਆਪੋਜੀਸ਼ਨ ਡੇਜ਼ ਵੀ ਹੁੰਦੇ ਹੈਗੇ ਆ ਜਿਹੜੇ ਉਸ ਡੇਟਸ ਤੋਂ ਪਹਿਲਾਂ ਅਲਾਉ ਕਰਨੇ ਹੁੰਦੇ ਹੈਗੇ ਆ ਸੋ ਵੀਲ ਕਮ ਬੈਕ ਜੇ ਉਸ ਟਾਈਮ ਤੇ ਸਪਲਾਈ ਨਹੀਂ ਪਾਸ ਕੀਤੀ ਜਾਂਦੀ ਹੈਗੀ then the government will be at a standstill ਜੋ ਸਪੈਂਡਿੰਗ ਹੈਗੀ ਆ ਉਹ ਹੋ ਨਹੀਂ ਸਕਦੀ ਇਸ ਟਾਈਮ ਦੇ ਵਿੱਚ ਸਪੈਂਡਿੰਗ ਆਲਰੇਡੀ ਅਪਰੂਵ ਹੋਈ ਹੈਗੀ ਆ ਸੋ ਗਵਰਨਮੈਂਟ ਕੈਨ ਫੰਕਸ਼ਨ ਸੋ 24 ਤੱਕ ਗਵਰਨਮੈਂਟ ਦੇ ਫੰਕਸ਼ਨਿੰਗ 'ਚ ਕੋਈ ਪ੍ਰੋਬਲਮ ਨਹੀਂ ਤੇ 24 ਨੂੰ ਜਦੋਂ 31st March 31st ਮਾਰਚ ਤੱਕ ਇਹਦੇ ਇਸ ਦੌਰਾਨ ਕੀ ਇੰਟਰਮ ਲੀਡਰ ਵੀ ਚੁਣਿਆ ਜਾ ਸਕਦਾ ਕੱਲ ਦੀ ਅਨਾਉਂਸਮੈਂਟ ਦੇ ਹਿਸਾਬ ਦੇ ਨਾਲ ਕੋਈ ਇੰਟਰਮ ਲੀਡਰ ਦੀ ਅਨਾਉਂਸਮੈਂਟ ਉਹਨਾਂ ਨੇ ਨਹੀਂ ਕੀਤੀ ਹੈਗੀ the prime minister ਪਰ ਕਾਕਸ ਚੁਣ ਸਕਦੀ we don't have that within our constitution because caucus ਇੱਕ interim leader ਚੁਣੇ I think ਜੋ ਗੱਲਬਾਤ ਕੱਲ ਵੀ ਹੋਈ ਹੈਗੀ ਆ we want that ਜਿੰਨੀ stability ਰੱਖ ਸਕਦੇ ਹੈਗੇ ਆ ਇਸ ਟਾਈਮ ਦੇ ਵਿੱਚ ਵੀ ਰੱਖੀ ਜਾਣੀ ਚਾਹੀਦੀ ਹੈਗੀ ਆ the prime minister is the one with all the experience 2018 ਦੇ ਵਿੱਚ ਜੋ NAFTA renegotiate ਕੀਤਾ ਗਿਆ ਸੀ ਉਹ ਪ੍ਰਾਈਮ ਮਿਨਿਸਟਰ ਟਰੂਡੋ ਦੇ ਹੀ ਥੱਲੇ ਕੀਤਾ ਗਿਆ ਸੀਗਾ ਉਹਨਾਂ ਦੀ ਲੀਡਰਸ਼ਿਪ ਥੱਲੇ we ended up with a very good result and ਉਹ ਟਾਈਮ ਪੀਰੀਅਡ ਦੋ ਕੁਛ ਮਹੀਨਿਆਂ ਲਈ ਡਿਫਿਕਲਟ ਜ਼ਰੂਰ ਸੀਗਾ ਐਂਡ ਸੋ ਵੀ ਡੂ ਥਿੰਕ ਦੈਟ ਇਨ ਥੀਸ ਕਮਿੰਗ ਵੀਕਸ ਵੀ ਇਸ ਤਰ੍ਹਾਂ ਦੀ ਕੋਈ ਜੇ ਅਨਾਉਂਸਮੈਂਟਸ ਟੈਰਿਫਸ ਬਾਰੇ ਜਾਂ ਕਾਸੇ ਬਾਰੇ ਹੁੰਦੀ ਹੈਗੀ ਆ ਜਿਹਦੇ ਨਾਲ ਆਪਣਾ ਟ੍ਰੇਡ ਅਮਰੀਕਾ ਦੇ ਨਾਲ ਇੰਪੈਡੀਮੈਂਟ ਹੁੰਦਾ ਜਾਂ ਇਕਨੋਮਿਕਸ ਆਪਣੀ ਇਕੋਨਮੀ ਥੋੜ੍ਹੀ ਜਿਹੀ ਸਟੇਲਮੇਟ 'ਤੇ ਸਟਾਲ ਹੋ ਸਕਦੀ ਹੈਗੀ ਆ ਦੈਨ ਵੀ ਵਾਂਟ a prime minister with experience in power ਉਹਨਾਂ ਦੀ ਟੀਮ ਵੀ ਕੈਬਨਿਟ ਜੋ ਹੈਗੀ ਆ ਉਹ ਆਪਦਾ ਕੰਮ ਕਰਦੀ ਰਹੂਗੀ ਐਂਡ the discussions we had yesterday, I know, I think is program te mention kita gaya hega ja horan program te vi kita gaya that prime minister de vich energy ja vision nahi rahogi he seemed very energetic yesterday and oh abdi legacy nu is tarah nahi chhad ke jange oh definitely ਹੋਰ ਵੀ
announcements ਕਰਨਗੇ and he is going to be an active prime minister ਜਿੰਨਾ ਚਿਰ March 31st ਜਾਂ ਜੋ ਵੀ ਡੇਟ ਆਉਂਦੀ ਹੈਗੀ ਆ ਜਦੋਂ ਤੱਕ ਲੀਡਰ ਨਹੀਂ ਸਿਲੈਕਟ ਕੀਤਾ ਜਾਂਦਾ ਹੋਰ he's fully energized to make sure that best result Canadians ਲਈ ਮਿਲੇ when it comes to negotiating with America and any other issues ਜਿਹੜੇ ਹੁਣ ਤੋਂ ਜਦ ਤੱਕ ਆਉਂਦੇ ਹੈਗੇ ਆ ਸਾਡੇ ਜਿਹੜੇ ਲਿਸਨਰ ਦੀ ਹੈਲਪ ਲਈ ਥੋੜ੍ਹਾ ਜਿਹਾ ਪਹਿਲਾਂ ਦਾ ਜਿਹੜਾ ਪਾਰਲੀਮੈਂਟ ਨੂੰ ਪ੍ਰੋਰੋਗ ਕੀਤੀ ਗਈ ਹੈ 24 ਮਾਰਚ ਤੱਕ ਸੋ ਪ੍ਰੋਰੋਗ ਦਾ ਥੋੜ੍ਹਾ ਜਿਹਾ ਬਰੀਫਲੀ ਥੋੜ੍ਹਾ ਜਿਹਾ ਐਕਸਪਲੇਨ ਕਰ ਸਕੋਗੇ ਜਦੋਂ ਪ੍ਰੋਰੋਗ ਹੋਈ ਦਾ ਮਤਲਬ ਕੀ ਹੈ ਸੋ ਜੋ ਪ੍ਰੋਰੋਗੇਸ਼ਨ ਹੈਗੀ ਆ ਉਹ Prime Minister the request the Governor General parog kar sakdi hegi a Parliament. I mean, she has constitutional experts that give her advice as well. Apne rules de vich ਪਹਿਲਾਂ ਵੀ prorogations ਹੋਈਆਂ ਹੈਗੀਆਂ ਨੇ actually ਕਈ governments ਕਈ ਵਾਰ ਪ੍ਰੋਰੋਗ ਕਰਦੀ ਹੈਗੀ ਆ ਪਾਰਲੀਮੈਂਟ ਆਪਣੇ ਡਿਫਰੈਂਟ ਟਰਮਸ ਦੇ ਵਿੱਚ ਇੱਕ ਏਜੰਡਾ ਨੂੰ ਰੀਸੈਟ ਕਰਨ ਲਈ ਸੋ ਜੋ ਵੀ ਬਿਲਸ ਪਾਰਲੀਮੈਂਟ ਦੇ ਵਿੱਚ ਹੁੰਦੇ ਹੈਗੇ ਨੇ ਪੇਸ਼ ਜਿੰਨੇ ਵੀ ਪ੍ਰਾਈਵੇਟ ਮੈਂਬਰਸ ਬਿਲਸ ਗਵਰਨਮੈਂਟ ਬਿਲਸ ਕਮੇਟੀ ਸਟੇਜ ਤੇ ਕੋਈ ਵੀ ਸਟੇਜ ਦੇ ਜਾਂ ਸੈਨੇਟ ਦੇ ਵਿੱਚ ਵੀ ਹੈਗੇ ਨੇ ਇਸ ਵਕਤ ਉਹ ਸਾਰੇ ਹੀ ਰੱਦ ਹੋ ਜਾਂਦੇ ਹੈਗੇ ਆ ਐਂਡ ਜਦੋਂ ਨਵੀਂ ਪਾਰਲੀਮੈਂਟ ਸ਼ੁਰੂ ਹੁੰਦੀ ਹੈਗੀ ਆ ਇੱਕ ਥਰੋਨ ਸਪੀਚ ਦੇ ਨਾਲ ਹੁੰਦੀ ਆ ਇੱਕ ਨਵੀਂ ਫਰੈਸ਼ ਵਿਜ਼ਨ ਦੇ ਨਾਲ ਹੁੰਦੀ ਆ ਐਂਡ ਜੋ ਵੀ ਬਿਲਸ ਹੈਗੇ ਆ ਉਹ ਦੁਬਾਰਾ ਲੈ ਕੇ ਆਉਣੇ ਪੈਂਦੇ ਹੈਗੇ ਆ ਸੋ ਬੇਸਿਕਲੀ ਜੋ ਵੀ ਪਾਰਲੀਮੈਂਟ ਦੇ ਵਿੱਚ ਚੱਲ ਰਿਹਾ ਸੀਗਾ ਦੈਟ ਹੈਜ਼ ਬੀਨ ਕੈਂਸਲਡ ਐਂਡ ਜਦੋਂ ਪਾਰਲੀਮੈਂਟ ਰੀਸਟਾਰਟ ਹੋਗੀ ਪ੍ਰੋਰੋਗੇਸ਼ਨ ਤੋਂ ਬਾਅਦ then everything will be reset fresh and new. ਪਰ ਇਹਦੀ ਇੱਕ ਕ੍ਰਿਟਿਸਿਜ਼ਮ ਇਹ ਵੀ ਹੈ ਨਾ ਕਿ ਇਸ ਕਰਕੇ ਪ੍ਰੋਰੋਗ ਕੀਤਾ ਗਿਆ ਤਾਂ ਕਿ ਕੋਈ ਨੋ ਕੌਨਫੀਡੈਂਸ ਮੋਸ਼ਨ ਨਾ ਆ ਸਕੇ ਇਸ ਦੌਰਾਨ Look, ਜਦੋਂ party ਦੀ leadership ਹੁੰਦੀ ਹੈਗੀ ਆ then there is no other way to do it than to prorogue parliament. ਇੱਕ opposition leadership ਦੀ race ਨਹੀਂ ਹੋ ਰਹੀ ਹੈਗੀ. This is the race for the prime minister. So there is no way that government could function, parliament could function and all of these things could happen during this time. And in order for an election to happen, we would have to have a leader. And so a fair and proper election ਕਰਾਉਣ ਲਈ ਵੀ ਇੱਕ leadership race ਦੀ ਲੋੜ ਹੈਗੀ ਆ and that's what we're having right now so I think ਜਿਹੜੇ times ahead ਨੇ exciting ਹੋਣਗੇ there will be a lot to see ਰੂਬੀ ਜੀ ਜਿਵੇਂ ਅਸੀਂ ਗੱਲ ਕਰ ਰਹੇ ਸੀ ਜਦੋਂ ਹੁਣ 24 ਨੂੰ ਪਾਰਲੀਮੈਂਟ ਵਾਪਸ ਆਉਂਦੀ ਹੈ ਉਦੋਂ ਫਿਰ ਕੀ ਹੋਏਗਾ ਕਿਉਂਕਿ ਉਦੋਂ ਆਪੋਜੀਸ਼ਨ ਨੇ ਤਾਂ ਕਿਹਾ ਹੋਇਆ ਕਿ ਉਹ ਨੋ ਕੌਨਫੀਡੈਂਸ ਮੋਸ਼ਨ ਲੈ ਕੇ ਆਉਣਗੇ ਮੰਨ ਲਿਆ ਨੋ ਕੌਨਫੀਡੈਂਸ ਮੋਸ਼ਨ ਲੈ ਕੇ ਆਉਂਦੇ ਨੇ ਤੇ ਉਸ ਵੇਲੇ ਕੀ ਹੋਣਾ ਹੈ ਫਿਰ ਹੁਣ ਦੇਖੋ ਜੋ ਗਵਰਨਮੈਂਟ ਹਾਊਸ ਲੀਡਰ ਹੁੰਦਾ ਆ ਉਹ ਨੋ ਕੌਨਫੀਡੈਂਸ ਮੋਸ਼ਨਸ ਨੂੰ ਸਕੈਜੂਲ ਕਰਦਾ ਹੈਗਾ ਆ ਸੋ ਇਹ ਆਪੋਜੀਸ਼ਨ ਦਾ ਆਪਦੀ ਮਰਜ਼ੀ ਨਹੀਂ ਹੁੰਦੀ ਹੈਗੀ ਵੀ ਉਹ ਨੋ ਕੌਨਫੀਡੈਂਸ ਇੱਕ ਆਪੋਜੀਸ਼ਨ ਡੇ ਤੇ ਡਿਬੇਟ ਹੁੰਦੀ ਹੈਗੀ ਆ ਫਿਰ ਉਹਦੇ ਤੇ ਵੋਟ ਪੈਂਦੀ ਹੈਗੀ ਆ ਉਹਦੇ ਵਿੱਚ ਉਹ ਨੋ ਕੌਨਫੀਡੈਂਸ ਮੋਸ਼ਨ ਲੈ ਕੇ ਆ ਸਕਦੇ ਹੈਗੇ ਆ ਪਾਰਲੀਮੈਂਟ ਦੇ ਵਿੱਚ so we'll see in the coming time this is a planning time so ਜੋ ਹਾਊਸ ਲੀਡਰ ਕਰੀਨਾ ਗੂਲਡ ਹੈਗੇ ਨੇ ਉਹਨਾਂ ਦੇ ਨਾਲ ਜਦੋਂ ਮੈਂ ਚੀਫ ਗਵਰਨਮੈਂਟ whip ਸੀ ਅਸੀਂ ਬਹੁਤ ਕਲੋਸਲੀ ਐਵਰੀ ਡੇ ਇਸ ਟਾਈਪ ਆਫ ਇਸ਼ੂਜ਼ ਤੇ ਕੰਮ ਕਰਦੇ ਸੀਗੇ ਵੀ ਪਾਰਲੀਮੈਂਟ ਦੀ ਫੰਕਸ਼ਨਿੰਗ ਕਿਸ ਤਰ੍ਹਾਂ ਹੋਣੀ ਹੈਗੀ ਆ ਕਿਹੜੇ ਬਿਲਸ ਲਿਆਉਣੇ ਹੈਗੇ ਆ ਕਿਸ ਤਰ੍ਹਾਂ ਦੇ ਮੋਸ਼ਨਸ ਨੂੰ ਸਕੈਜੂਲ ਕਰਨਾ ਹੈਗਾ ਆ And so there is some power, ability there to schedule ourselves. And Baki, it will depend on whoever the new leader is, right? So definitely nama leader hoega us to pehla party ch us to pehla ek name leader di definitely load hegi a because assi jo supply hega ya onu pass karna hega ya nahi government bilkul hi freeze ho jugi spending de taraf to so apne jinne bhi programs ne jo pensions ne everything that government spends will be stalled so it is very important government the functioning lay apni country the functioning lay be parliament comes back before that time in March 31st to pehla jo supply days hege ne jo supply spending hegi a onu pass ਕੀਤਾ ਜਾਵੇ ਹੋ ਸਕਦਾ ਜੋ ਨਵਾਂ ਲੀਡਰ ਹੁੰਦਾ ਹੈਗਾ ਉਹ ਇੱਕ ਨਵਾਂ ਬਜਟ ਪੇਸ਼ ਕਰਨਾ ਚਾਹਵੇ ਉਸ ਵਕਤ ਉਸ ਬਜਟ ਤੇ ਵੀ ਡਿਬੇਟ ਹੋ ਸਕਦੀ ਹੈ ਉਸ ਬਜਟ ਤੇ ਵੋਟ ਪੈ ਸਕਦੀ ਆ ਸਮਟਾਈਮਸ that budget document is seen like a platform document ਵੀ ਉਹਦੇ ਵਿੱਚ ਇੱਕ ਵਿਜ਼ਨ ਰੱਖੀ ਜਾਂਦੀ ਹੈਗੀ ਆ ਇੱਕ ਥਰੋਨ ਸਪੀਚ ਤਾਂ ਹੋਊਗੀ ਰਾਈਟ ਸੋ ਜਦੋਂ ਪਾਰਲੀਮੈਂਟ ਕੋਈ ਵੀ ਨਵੀਂ ਪਾਰਲੀਮੈਂਟ ਖੁੱਲਦੀ ਹੈਗੀ ਆ then ਸੈਨੇਟ ਦੇ ਵਿੱਚ ਜਾ ਕੇ ਜੋ ਲੀਡਰ ਉਸ ਪਾਰਟੀ ਦਾ ਹੈਗਾ ਆ ਗਵਰਨਰ ਜਨਰਲ ਉਹਨਾਂ ਦੇ ਬਿਹਾਫ ਤੇ ਜੋ ਉਹਨਾਂ ਦੀ ਵਿਜ਼ਨ ਹੈਗੀ ਆ ਉਹ ਦਿੰਦੀ ਹੈਗੀ ਆ ਸੋ ਨਵੇਂ ਪ੍ਰਾਈਮ ਮਿਨਿਸਟਰ ਦੀ ਜਿਹੜੀ ਵਿਜ਼ਨ ਹੈਗੀ ਆ ਜੋ ਉਹ ਪ੍ਰੋਮਿਸਿਸ
ਕਰਨਾ ਚਾਹੁੰਦੇ ਹੈਗੇ ਨੇ ਜੋ ਉਹ ਪਾਲਿਸੀਜ਼ ਜਾਂ ਲੈਜਿਸਲੇਸ਼ਨ ਲੈ ਕੇ ਆਉਣੇ ਚਾਹੁੰਦੇ ਹੈਗੇ ਆ ਉਹ ਸਾਰੇ ਅਨਾਉਂਸ ਕੀਤੇ ਜਾਣਗੇ ਉਸ ਵਕਤ ਐਂਡ ਕੈਨੇਡੀਅਨਸ ਐਂਡ ਅਦਰ ਪਾਰਲੀਮੈਂਟੇਰੀਅਨਸ ਵਿਲ ਬੀ ਏਬਲ ਟੂ ਸੀ ਐਂਡ ਡਿਸਾਈਡ ਐਟ that time ਵੀ ਉਸ ਜਿਹੜੀ ਥਰੋਨ ਸਪੀਚ ਦੇ ਵਿੱਚ ਜਾਂ ਜੇ ਉਸ ਤੋਂ ਬਾਅਦ ਇਮੀਡੀਏਟਲੀ ਇੱਕ ਬਜਟ ਵੀ ਲੈ ਕੇ ਆਉਂਦੇ ਹੈਗੇ ਆ ਵੀ ਉਹਦੇ ਵਿੱਚ ਕੁਛ ਇਸ ਤਰ੍ਹਾਂ ਦੀਆਂ ਚੀਜ਼ਾਂ ਹੈਗੀਆਂ ਨੇ ਜਿਹਦੇ ਨਾਲ ਪਾਰਲੀਮੈਂਟ ਉਸ ਤੋਂ ਬਾਅਦ ਵੀ ਚੱਲਦੀ ਰਹਿ ਸਕਦੀ ਹੈਗੀ ਆ ਰਾਈਟ if we win that confidence vote if we are able to pass the budget then ਹੋ ਸਕਦਾ ਸੈਟ ਇਲੈਕਸ਼ਨ ਡੇਟ ਜਿਹੜੀ ਅਕਤੂਬਰ ਦੀ ਹੈਗੀ ਆ ਉਦੋਂ ਤੱਕ ਸਰਕਾਰ ਚੱਲ ਸਕਦੀ ਹੈ ਇੱਕ ਪੋਸੀਬਿਲਿਟੀ ਹੈਗੀ ਆ I'm not here sitting here saying ਵੀ ਉਹ ਬਹੁਤ ਹੀ ਲਾਈਕਲੀ ਸਿਨੈਰੀਓ ਹੈਗਾ ਆ ਪਰ ਇੱਕ ਡੈਫੀਨਿਟ ਪੋਸੀਬਿਲਿਟੀ ਜ਼ਰੂਰ ਹੈਗੀ ਆ ਦੇਖੋ ਇੱਕ ਤੇ ਮਿਨਿਸਟਰ ਇੱਕ ਚੀਜ਼ ਤੇ ਸਰਟਨ ਹੈ ਕਿ ਲੀਡਰ ਭਾਵੇਂ ਕੋਈ ਵੀ ਮਰਜ਼ੀ ਬਣੇ ਪਰ ਤੁਹਾਡੀ ਜਿਹੜੀ ਗਵਰਨਮੈਂਟ ਹੈ ਇਹਦੇ ਸਰਵਾਈਵ ਕਰਨ ਲਈ ਕਿਸੇ ਦੂਸਰੀ ਪਾਰਟੀ ਦੀ ਹਮਾਇਤ ਚਾਹੀਦੀ ਹੈ NDP ਦੀ ਜਾਂ ਬਲਾਕ ਦੀ ਹਾਂਜੀ ਤੇ ਜਗਮੀਤ ਹੋਰਾਂ ਨੇ ਅਜੇ ਤੱਕ ਜੋ ਸੰਕੇਤ ਦਿੱਤੇ ਨੇ ਉਹ ਤੇ ਇਹੀ ਨੇ ਕਿ ਹੁਣ ਸ਼ਾਇਦ ਉਹ ਹਮਾਇਤ ਨਹੀਂ ਕਰ ਰਹੇ ਪਰ ਤੁਹਾਡਾ ਕੀ ਖਿਆਲ ਹੈ ਕਿ ਨਵਾਂ ਲੀਡਰ ਕੋਈ ਇਹ ਉਹਦੇ ਜੇ ਨਵਾਂ ਲੀਡਰ ਆ ਜਾਂਦਾ ਜਗਮੀਤ ਸਿੰਘ ਦੀ ਪੋਜੀਸ਼ਨ ਚੇਂਜ ਹੋ ਸਕਦੀ ਹੈ Dekho, I think we've done some really good work together with the NDP. Jo sada supply and confidence agreement siga, ode vich NDP te jo Liberals the committee ek bani sigi us supply agreement nu manage karan ਲਈ to make sure bi jo us de vich likhya gaya ਹੈਗਾ ਆ ਉਸ ਵਾਅਦਿਆਂ ਤੇ ਆਪਾਂ accomplish ਕਰਦੇ ਹਾਂ ਉਸ ਚੀਜ਼ਾਂ ਨੂੰ I was a part of that committee and we had a very good relationship and we did like I said, a lot of good achievements together. So I think, just thanu break time te vi keh rahi sigi, that the Liberal Party of Canada is one of the most successful political parties in the Western world. And it has had a very long lifetime and you can never count the Liberal Party of Canada out and sade kuch shared values and shared objectives vi hege ne jo NDP de naal ne kuch kei var conservatives de naal hunde ne and because we are a party that can generally work with lots of other parties I think tahi Liberal Party the as government success rahi hegi in past Canadian history this party has been in government more than any other party so jo aapa Canada aj dekhde hege jis tarah Canada nu shape kita gaya hega I would claim that ਇਹਦਾ ਬਹੁਤ ਹੀ ਵੱਡਾ ਹਿੱਸਾ ਜੋ ਹੈਗਾ ਆ ਉਹ ਲਿਬਰਲ ਪਾਰਟੀ ਦਾ ਹੈਗਾ ਆ ਜੋ ਆਪਣਾ ਹੈਲਥ ਕੇਅਰ ਸਿਸਟਮ ਅੱਜ ਹੈਗਾ ਜੋ ਪੈਨਸ਼ਨ ਸਿਸਟਮ ਹੈਗਾ ਜੋ ਇਸ ਕੰਟਰੀ ਦਾ ਕਨਸਟੀਟਿਊਸ਼ਨ ਹੈਗਾ ਆ ਜਿਹਦੇ ਫਾਊਂਡੇਸ਼ਨ ਤੇ ਆਪਾਂ ਮਲਟੀਕਲਚਰਲਿਜ਼ਮ ਜੋ ਇਮੀਗ੍ਰੇਸ਼ਨ ਇਸ ਕੰਟਰੀ ਦੇ ਵਿੱਚ ਹੋਈ ਹੈਗੀ ਆ ਜੋ ਫਾਊਂਡੇਸ਼ਨਸ ਦੇ ਵਿੱਚ ਜਿਸ ਰੂਪ ਦੇ ਵਿੱਚ ਇਸ ਕੰਟਰੀ ਨੂੰ ਆਪਾਂ ਦੇਖਦੇ ਹੈਗੇ ਆ I believe a lot of those values and a lot of those policies and provisions they were passed I don't just believe it's the truth that they were passed under the Liberal Party of Canada so ਜੋ ਵੀ ਲੋਕ ਸੋਚਦੇ ਹੈਗੇ ਨੇ ਅੱਜ I think ਜੋ ਲੰਬੇ ਟਾਈਮ ਤੋਂ ਕੈਨੇਡੀਅਨ ਪੋਲਿਟਿਕਸ ਨੂੰ ਫੋਲੋ ਕਰ ਰਹੇ ਹੈਗੇ ਨੇ they will say ਭਾਵੇਂ ਉਹ ਕੰਜ਼ਰਵੇਟਿਵ ਹੋਣ ਭਾਵੇਂ ਉਹ NDP ਹੋਣ I think Thomas Mulcahy ਕੱਲ ਪਰਸੋਂ ਨਿਊਜ਼ ਦੇ ਉੱਤੇ ਕਹਿ ਰਿਹਾ ਸੀਗਾ that you can never count the Liberal Party of Canada out ਅੱਛਾ ਹੁਣ ਇੱਕ ਸਵਾਲ ਮੇਰੇ ਕੋਲ ਇੱਧਰੋਂ ਵੀ ਆ ਰਿਹਾ ਤੁਹਾਡੇ ਲਿਸਨਰ ਚੋਂ ਕਿ ਜਦੋਂ ਜੇ ਮੰਨ ਲਿਆ ਕੌਨਫੀਡੈਂਸ ਮੋਸ਼ਨ ਲੂਜ਼ ਕਰ ਜਾਂਦੀ ਹੈ ਤੁਹਾਡੀ ਗਵਰਨਮੈਂਟ ਤੇ ਉਸ ਤੋਂ ਬਾਅਦ ਫਿਰ ਕਿੰਨੀ ਦੇਰ ਬਾਅਦ ਇਲੈਕਸ਼ਨ ਹੋ ਸਕਦੀ ਹੋਏਗੀ ਕੋਈ ਕਨਸਟੀਟਿਊਸ਼ਨਲ ਕੋਈ ਉਹਦੀ ਕੋਈ ਲਿਮਿਟ ਹੋਏਗੀ timeline ਹੋਏਗੀ there is a timeline and the exact dates I mean it can be ਜੋ ਪਹਿਲੀ ਸਾਡੀ 2015 ਵਾਲੀ ਇਲੈਕਸ਼ਨ ਸੀਗੀ almost 2 writ period ਲੰਬੀ ਸੀਗੀ ਸਟੀਵਨ ਹਾਰਪਰ ਨੇ ਐਲਾਨ ਕੀਤੀ ਸੀਗੀ ਉਸ ਟਾਈਮ ਤੇ ਪ੍ਰੋਰੋਗੇਸ਼ਨ ਵੀ ਉਹਨਾਂ ਨੇ ਪਾਰਲੀਮੈਂਟ ਵੀ ਬਹੁਤ ਵਾਰ ਪ੍ਰੋਰੋਗ ਕੀਤਾ ਸੀਗਾ for different reasons and then the confidence vote ਤੋਂ ਬਚਣ ਲਈ so this is not unusual that parliament gets prorogued and I think this is a good time to reset ਉਹ ਇਲੈਕਸ਼ਨ 1 ਮਹੀਨੇ ਦੀ ਹੋ ਸਕਦੀ ਹੈ 2 ਮਹੀਨੇ ਦੀ ਹੋ ਸਕਦੀ ਹੈ there is anywhere between 30-45 somewhat days ਵੀ ਜੋ ਆਪਣੀ ਇਲੈਕਸ਼ਨ ਪੀਰੀਅਡ ਇੱਥੇ ਚੱਲਦੀ ਹੈ ਅਮਰੀਕਾ 'ਚ ਬਹੁਤ ਲੰਬੀ ਹੁੰਦੀ ਹੈਗੀ ਆ ਇਨ ਕੰਪੈਰੀਸਨ ਪਰ ਸਾਡਾ ਜਿਹੜਾ ਰਿਟ ਪੀਰੀਅਡ ਹੁੰਦਾ ਮਈ ਤੱਕ ਮਤਲਬ ਫਿਰ ਜੇ ਇਸ ਤਰ੍ਹਾਂ ਦੀ ਸੀਨ ਹੋਣੀ it could be May it could be June ਜੇ end of March ਦੇ ਵਿੱਚ ਡਿਕਲੇਅਰ ਹੁੰਦੀ ਹੈਗੀ ਆ then we can see an election most likely in June sometime But like I said again, ਇੱਕ set election date ਵੀ October ਦੇ ਵਿੱਚ ਹੈਗੀ ਆ it's possible to make it to that point as well ਪਰ I think ਜੋ scenario most likely ਹੁੰਦਾ ਜਾਂਦਾ ਹੈਗਾ ਆ ਉਹ ਇਹੀ May or June ਦਾ ਹੈਗਾ
ਅੱਛਾ ਹੁਣ ਥੋੜ੍ਹਾ ਜਿਹਾ ਮੈਂ ਜਿਹੜੇ ਸਵਾਲ ਨੇ ਪੋਲੀਟੀਕਲ ਜਿਹੜੇ ਕੰਟਰੋਵਰਸ਼ੀਅਲ ਸਵਾਲ ਨੇ ਕਿਉਂਕਿ ਇਹ ਜਿਹੜੀ ਸਾਰੀ ਨੌਬਤ ਆਈ ਹੈ ਪ੍ਰਾਈਮ ਮਿਨਿਸਟਰ ਨੂੰ ਆਪਣੇ ਰਿਜ਼ਾਈਨ ਕਰਨ ਦਾ ਐਲਾਨ ਕਰਨਾ ਪਿਆ ਸਾਰਾ ਕੁਛ ਇਹਦੇ ਪਿੱਛੇ ਇੱਕ ਕ੍ਰਿਟਿਸਿਜ਼ਮ ਹੈ ਔਰ ਉਹ ਕ੍ਰਿਟਿਸਿਜ਼ਮ ਬਾਹਰੋਂ ਨਹੀਂ ਆਈ ਕਈ ਵਾਰ ਤਾਂ ਲੋਕ ਕਹਿੰਦੇ ਜੀ ਮੀਡੀਆ ਕ੍ਰਿਟਿਸਾਈਜ਼ ਕਰਦਾ ਹੈ ਜਾਂ ਸੋਸ਼ਲ ਮੀਡੀਆ 'ਤੇ ਲੋਕ ਕਰਦੇ ਨੇ ਇਹ ਤਾਂ ਹੁਣ ਪਾਰਟੀ ਦੇ ਆਪਣੇ MPs ਨੇ ਆਵਾਜ਼ ਉਠਾਈ ਜਦੋਂ ਡਿਫਰੈਂਟ ਕਾਕਸਿਸ 'ਚੋਂ ਆਵਾਜ਼ ਉੱਠਣੀ ਸ਼ੁਰੂ ਹੋ ਗਈ ਉਸ ਤੋਂ ਬਾਅਦ ਪ੍ਰਾਈਮ ਮਿਨਿਸਟਰ ਨੇ ਰਿਜ਼ਾਈਨ ਕੀਤਾ ਸੋ ਦੈਟ ਮੀਨਸ ਜਿਹੜੀ ਕ੍ਰਿਟਿਸਿਜ਼ਮ ਬਾਹਰੋਂ ਆ ਰਹੀ ਸੀ ਉਹ ਕੋਈ ਨਿਰੀ ਪੋਲੀਟੀਕਲ ਬਾਇਸ 'ਚੋਂ ਨਹੀਂ ਸੀ ਆ ਰਹੀ ਕਿਤੇ ਨਾ ਕਿਤੇ ਗੜਬੜਾਂ ਹੋਈਆਂ ਹੁਣ ਜਦੋਂ ਆਪਾਂ ਇਹ ਸਮਾਂ ਹੈ ਕਿ ਥੋੜ੍ਹਾ ਜਿਹਾ ਇਹਦਾ ਸੈਲਫ ਐਨਾਲਿਸਿਸ ਦਾ ਵੀ ਤੁਹਾਨੂੰ ਕੀ ਲੱਗਦਾ ਕਿ ਪ੍ਰਾਈਮ ਮਿਨਿਸਟਰ ਨੇ ਕਿਉਂਕਿ ਜਿਹੜੀਆਂ ਪਾਲਿਸੀਜ਼ ਖੁਦ ਪ੍ਰਾਈਮ ਮਿਨਿਸਟਰ ਨੇ ਵੀਡੀਓ ਰਿਲੀਜ਼ ਕੀਤਾ ਪਿੱਛੇ ਜਿਹਦੇ 'ਚ ਇਹ ਮੰਨਿਆ ਕਿ ਸਾਡੀਆਂ ਇਮੀਗ੍ਰੇਸ਼ਨ ਪਾਲਿਸੀ 'ਚ ਸਾਤੋਂ ਗੜਬੜ ਹੋ ਗਈ ਅਤੇ ਇਹਨਾਂ ਸ਼ੋਅ 'ਚ ਇੱਥੇ ਅਸੀਂ ਕਿੰਨੇ ਦੇਰ ਤੋਂ ਇਹ ਗੱਲਾਂ ਕਰ ਰਹੇ ਹਾਂ ਪਰ ਉਦੋਂ ਜਿਹੜੇ ਪਾਰਟੀ ਸਪੋਰਟਰ ਸੀ ਉਹ ਸੁਣਨ ਨੂੰ ਤਿਆਰ ਨਹੀਂ ਸੀ ਉਹਨਾਂ ਨੂੰ ਲੱਗਦਾ ਸੀ ਸ਼ਾਇਦ ਇਹ ਕਿਸੇ ਖਾਸ ਤਰ੍ਹਾਂ ਦੇ ਵਰਲਡ ਵਿਊ 'ਚੋਂ ਆ ਰਹੇ ਨੇ ਜਾਂ ਲੈਕ ਆਫ ਅੰਡਰਸਟੈਂਡਿੰਗ ਕਰਕੇ ਕ੍ਰਿਟਿਸਿਜ਼ਮ ਆ ਰਹੀ ਹੈ ਸ਼ਾਇਦ ਸਾਡੀਆਂ ਗੱਲਾਂ ਨੂੰ ਸਮਝ ਨਹੀਂ ਰਿਹਾ ਮੀਡੀਆ ਸਾਡੇ ਕੋਲ ਕੁਛ ਪਲਾਨ ਹੈ ਅਤੇ ਇਹ ਕ੍ਰਿਟਿਸਿਜ਼ਮ ਕਿਤੇ ਸਮਝ ਦੀ ਕਮੀ 'ਚੋਂ ਆ ਰਹੀ ਹੈ ਪਰ ਅਲਟੀਮੇਟਲੀ ਪ੍ਰਾਈਮ ਮਿਨਿਸਟਰ ਨੇ ਖੁਦ ਉਹ ਗੱਲਾਂ ਮੰਨੀਆਂ ਸੋ ਜਿਹੜਾ ਗੈਪ ਸੀਗਾ ਕਿ ਲੋਕਾਂ 'ਚ ਤਾਂ ਉਸ ਚੀਜ਼ ਨੂੰ ਲੈ ਕੇ ਬੇਚੈਨੀ ਸੀ ਪਰ ਪ੍ਰਾਈਮ ਮਿਨਿਸਟਰ ਨੂੰ ਮੰਨਣ ਨੂੰ ਇੰਨਾ ਟਾਈਮ ਲੱਗ ਗਿਆ ਇਹ ਗੈਪ ਕਿੱਥੇ ਰਿਹਾ ਕੋਈ ਇਨਫੋਰਮੇਸ਼ਨ ਨਹੀਂ ਸੀ ਪਹੁੰਚ ਰਹੀ ਦੇਖੋ there's different responsibilities at the federal level and at the provincial level and ਜ਼ਰੂਰ ਜਿਹੜੇ ਨੰਬਰਸ ਹੈਗੇ ਨੇ ਆਪਾਂ ਵੀ ਡਿਸਕਸ ਕੀਤਾ ਹੈਗਾ ਪਾਸ ਦੇ ਵਿੱਚ ਇਸ ਇਸ਼ੂਜ਼ ਨੂੰ ਮੈਂ ਰੇਜ਼ ਕਰਦੀ ਰਹੀ ਹੈਗੀ ਹਾਂ ਇੰਟਰਨਲੀ in our caucus meetings and other places when it came to immigration and ਜੋ ਆਪਾਂ ਬਰੈਂਪਟਨ ਦੇ ਵਿੱਚ ਦੇਖ ਰਹੇ ਸੀ ਖਾਸ ਕਰਕੇ ਜੋ ਕਾਲਜਿਸ ਇੱਥੇ ਖੁੱਲ੍ਹ ਰਹੇ ਸੀਗੇ ਜੋ ਪ੍ਰੋਵਿੰਸ਼ੀਅਲ ਗਵਰਨਮੈਂਟ ਡਗ ਫੋਰਡ ਦੀ ਆ ਕੇ ਉਸ ਤੋਂ ਬਾਅਦ ਉਹਨਾਂ ਨੇ ਬਹੁਤ ਲੀਨੀਅੰਸੀ ਦਿਖਾਈ ਸੀਗੀ up until then the system was working same policies fair almost the same policy ਦੇ ਵਿੱਚ ਕੋਈ ਖਾਸ ਚੇਂਜ ਨਹੀਂ ਆਇਆ definitely flexibility ਜੋ STC stream ਹੈਗੀ ਆ ਜੋ expedite ਕੀਤਾ ਗਿਆ ਹੈਗਾ ਆ for some student permits that accelerated the situation but the provinces are supposed to be responsible to make sure ਵੀ ਜਿਹੜੇ ਉਹਨਾਂ ਦੇ educational institutions ਨੇ ਉਹ reputable ਹੋਣ ਉਨੇ ਹੀ ਸਟੂਡੈਂਟਸ ਲੈਣ ਜਿੰਨੇ ਉਹਨਾਂ ਨੂੰ ਲੱਗਦਾ ਹੈਗਾ Ontario ਦੀ ਇਕੋਨਮੀ ਨੂੰ ਲੋੜ ਹੈਗੀ ਆ ਜਾਂ ਹੋਰਾਂ ਇਕੋਨਮੀ ਨੂੰ ਲੋੜ ਹੈਗੀ ਆ ਜਾਂ ਉਹਨਾਂ ਦੇ ਸਕੂਲਸ ਜੋ ਫੈਸਿਲਿਟੇਟ ਕਰ ਸਕਦੇ ਹੈਗੇ ਆ because it's not just about economy it's about education as well ਪਰ ਕਿਤੇ ਨਾ ਕਿਤੇ it stopped being about education and it became about something else and that was a problem ਤੁਸੀਂ ਵੀ ਡਿਸਕਸ ਕਰਦੇ ਰਹੇ ਹੈਗੇ ਹੋ ਪਰ ਉਹ ਡਾਇਰੈਕਟ ਕੰਟਰੋਲ ਦੇ ਥੱਲੇ ਨਹੀਂ ਸੀਗਾ ਪ੍ਰਾਈਮ ਮਿਨਿਸਟਰ ਦੇ ਹੁਣ ਜੋ decisions Mark Miller ਨੇ ਲਏ ਹੈਗੇ ਨੇ ਕਿਉਂਕਿ ਉਹ ਪ੍ਰੋਬਲਮ ਵੱਧਦੀ ਗਈ ਹੈਗੀ ਆ ਐਂਡ ਕੁਛ ਪ੍ਰੋਵਿੰਸਿਸ ਡੈਫੀਨੇਟਲੀ ਆਪਦਾ ਰੋਲ ਠੀਕ ਪਲੇ ਕਰ ਰਹੀਆਂ ਸੀਗੀਆਂ ਪਰ ਕੁਛ ਪ੍ਰੋਵਿੰਸਿਸ ਨੇ ਬਹੁਤ ਜ਼ਿਆਦਾ ਫਲੈਕਸੀਬਿਲਿਟੀ ਜਾਂ ਲੈਕਸ ਰੂਲਸ ਕਰ ਦਿੱਤੇ ਸੀਗੇ ਰੈਗੂਲੇਸ਼ਨਸ ਕਰ ਦਿੱਤੀਆਂ ਸੀ ਇਸ ਇੰਸਟੀਟਿਊਸ਼ਨਸ 'ਤੇ ਦੈਟ ਇਜ਼ ਵਾਈ ਪਹਿਲੀ ਵਾਰ ਜੋ on demand immigration ਹੈਗੀ ਆ ਮਤਲਬ ਜਿੰਨੇ ਵੀ ਟੈਂਪਰੇਰੀ ਪ੍ਰੋਗਰਾਮਸ ਹੈਗੇ ਹਮੇਸ਼ਾ ਹੀ ਕੈਨੇਡਾ ਦੇ ਵਿੱਚ on demand ਚੱਲੇ ਹੈਗੇ ਨੇ ਮਤਲਬ ਵਿਜ਼ਟਰ ਵੀਜ਼ਾ ਜੇ ਕੋਈ ਟੂਰਿਜ਼ਮ ਦਾ ਰੀਜ਼ਨ ਹੈਗਾ ਜਾਂ ਕਿਸੇ ਦਾ ਵਿਆਹ ਹੈਗਾ ਜਾਂ ਕੁਛ ਹੋਰ ਹੈਗਾ ਜਾਂ ਰੀਜ਼ਨ ਟੂ ਟਰੈਵਲ ਐਕਨੋਮਿਕ ਕਾਨਫਰੰਸ ਸਮਥਿੰਗ ਲਾਈਕ ਦੈਟ ਤਾਂ ਲੋਕ ਆ ਸਕਦੇ ਹੈਗੇ ਉਹਦੇ 'ਤੇ ਇੱਕ ਕੈਪ ਨਹੀਂ ਸੀਗਾ ਇਟ ਵਾਜ਼ on demand ਜੇ ਕਿਸੇ ਸਾਲ 'ਚ ਜ਼ਿਆਦਾ ਡਿਮਾਂਡ ਆ ਕੋਈ ਵੱਡਾ ਲੈਟਸ ਸੇ ਆਪਣਾ ਟੂਰਨਾਮੈਂਟ ਹੋ ਰਿਹਾ ਹੈਗਾ ਓਲੰਪਿਕਸ ਹੋ ਰਹੇ ਹੈਗੇ ਆ that year we'll have a lot of visitors to Canada. The next year we won't. The same with student programs, right? That different provinces may have different needs at different times or institutions. ਪਰ ਕਿਤੇ ਨਾ ਕਿਤੇ ਉਹ ਜਿਹੜਾ ਪ੍ਰੋਗਰਾਮ ਠੀਕ ਚੱਲਦਾ ਸੀਗਾ ਕਿਸੇ ਟਾਈਮ 'ਤੇ ਇੱਕ ਗ੍ਰੀਡ ਦੇ ਫੈਕਟਰ ਕਰਕੇ ਉਹ ਜ਼ਿਆਦਾ ਵੱਧ ਗਿਆ ਐਂਡ ਦੈਟ ਵਾਜ਼ ਅ ਪ੍ਰੋਬਲਮ ਐਂਡ ਦ ਪ੍ਰਾਈਮ ਮਿਨਿਸਟਰ ਐਡਰੈਸਡ ਇਟ। ਪ੍ਰੋਬਲਮ ontario 'ਚ ਥੋੜ੍ਹਾ ਆਈ ਹੈ ਪ੍ਰੋਬਲਮ ਤੇ ਬਾਕੀ ਸੂਬਿਆਂ 'ਚ ਵੀ ਆਈ ਹੈ ਨਾ। ਪ੍ਰੋਬਲਮ ਇਸ ਜਿੰਨੀ ਐਕਸਟੈਂਟ ਤੱਕ ontario ਦੇ ਵਿੱਚ ਆਈ ਆ ਬਾਕੀ ਸੂਬਿਆਂ ਦੇ ਵਿੱਚ ਨਹੀਂ ਆਈ। ਅਤੇ ਦੂਸਰਾ ਫਿਰ ਤੁਸੀਂ ਕੀ ਸਮਝਦੇ ਹੋ ਕਿ ਇਹ ਜਿਹੜੀਆਂ ਚੇਂਜਸ ਆਈਆਂ ਨੇ ਮਾਰਕ ਮਿਲਰ ਨੇ ਬਹੁਤ ਚੇਂਜਸ ਲਿਆਂਦੀਆਂ ਨੇ ਇਕੱਲਾ ਮਿਨਿਸਟਰ ਇਮੀਗ੍ਰੇਸ਼ਨ ਮਿਨਿਸਟਰ ਰਿਸਪੋਂਸੀਬਲ ਸੀ ਜਾਂ PMO ਦੀ ਵੀ ਕੋਈ ਰਿਸਪੋਂਸੀਬਿਲਿਟੀ ਸੀ ਇਹਦੇ 'ਚ? I think it's important for the Minister of Immigration to alert the Prime Minister that there is a serious concern. Caucus ਦਾ ਆਪਦਾ ਰੋਲ ਹੈਗਾ ਆ ਹਰ ਇੱਕ ਦੂਸਰੇ ਮਿਨਿਸਟਰਸ ਦਾ ਆਪਦਾ ਰੋਲ ਹੈਗਾ ਆ ਬਟ ਜਿਨ੍ਹਾਂ ਦੇ ਥੱਲੇ ਇਹ ਪੋਰਟਫੋਲੀਓ ਹੈਗਾ ਆ ਉਹਨਾਂ ਨੇ ਅਲਾਰਮ ਬੈਲਸ ਰਿੰਗ ਕਰਨੀਆਂ ਹੈਗੀਆਂ ਨੇ ਅਤੇ ਉਹਨਾਂ ਨੇ
ਪ੍ਰਾਈਮ ਮਿਨਿਸਟਰ ਨੂੰ PMO ਨੂੰ ਅਪਡੇਟ ਦੇਣੀ ਹੈਗੀ ਐਂਡ ਕਨਵਿੰਸ ਕਰਨਾ ਹੈਗਾ ਵੀ ਆਪਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਕੀ ਕਰਨਾ ਚਾਹੀਦਾ ਸੋ there is a partnership there but it is the responsibility of the ministers to make sure ਵੀ ਉਹ issues ਨੂੰ flag ਕਰਦੇ ਹੈਗੇ ਆ time ਸਿਰ but when it comes to the economy like economy ਇੱਕ ਬਹੁਤ ਵੱਡਾ ਦੂਸਰਾ issue ਹੈਗਾ ਆ ਜਿਹਦੇ ਉੱਤੇ I think ਕਾਫੀ ਗੱਲਬਾਤ ਹੁੰਦੀ ਹੈਗੀ ਇਸ ਪ੍ਰੋਗਰਾਮ ਤੇ ਇੱਕ ਇਮੀਗ੍ਰੇਸ਼ਨ ਨੂੰ ਲੈ ਕੇ ਇੱਕ ਇਕੋਨਮੀ ਨੂੰ ਲੈ ਕੇ and I would say that under Prime Minister Trudeau's time from 2015 all the way to 2025 ਜੇ ਆਪਾਂ GDP ਦੀ growth ਦੇਖਦੇ ਹੈਗੇ ਆ the Prime Minister did much better Prime Minister Trudeau than under Harper's time and ਆਪਾਂ ਪਿਛਲੇ 10 ਸਾਲਾਂ ਦੇ ਵਿੱਚ visually ਕਹਿ ਸਕਦੇ ਹਾਂ but I was looking up some numbers and stats the other day and ਥੋੜੀ ਜਿਹੀ differences ਹੈ but ਜਿਹੜੀ growth ਹੋਈ ਹੈਗੀ ਆ Trudeau ਦੇ time ਦੇ ਥੱਲੇ was 27% of our economy ਜੋ Harper ਦੇ ਥੱਲੇ maybe highest figures ਜੋ ਦਿਖਾਏ ਜਾਂਦੇ ਹੈਗੇ ਆ 18% ਨੇ so 18% over that 10-year period versus this 10-year period ਜਿੱਥੇ 27% growth ਹੋਈ ਹੈਗੀ ਆ ਆਪਾਂ ਖੁਦ ਹੀ ਦੇਖਿਆ ਹੈਗਾ that a lot of businesses expanded there was a lot of more prosperity in the years prior to the pandemic ਤੋਂ ਬਾਅਦ ਕਾਫੀ ਹਿਲਜੁਲ ਹੈਗੀ ਆ ਪਰ ਲੋਕ ਤੇ ਕਹਿੰਦੇ ਨੇ ਨਾ ਵੀ ਪ੍ਰੋਸਪੈਰਿਟੀ ਨੰਬਰਸ ਪਤਾ ਨਹੀਂ ਕਿੱਥੋਂ ਆ ਰਹੇ ਨੇ ਇੱਕ ਆਮ ਬੰਦਾ ਜਿਹੜਾ ਮਿਡਲ ਕਲਾਸ ਬੰਦਾ ਉਹ ਇਹ ਕਹਿੰਦਾ ਕਿ ਮੇਰੀ ਲਾਈਫ ਅੱਜ ਕੈਨੇਡਾ 'ਚ ਜੋ 10 ਸਾਲ ਪਹਿਲਾਂ ਸੀ ਮਿਡਲ ਕਲਾਸ ਬੰਦੇ ਦੀ ਉਹਦੇ ਨਾਲੋਂ ਕਈ ਗੁਣਾ ਖਰਾਬ ਹੋਈ ਹੈ ਸਾਡੇ ਕੋਲ ਘਰ ਮਹਿੰਗੇ ਹੋ ਗਏ ਨੇ ਸਾਡੇ ਕੋਲ ਹਰ ਪਾਸੇ ਮਹਿੰਗਾਈ ਹੋ ਗਈ ਹੈ ਆਮ ਬੰਦੇ ਦੀ ਜਿਹੜੀ ਇਨਕਮ ਤੇ ਖਰਚੇ ਦਾ ਪਾੜਾ ਇਸ ਵੇਲੇ ਇੰਨਾ ਵੱਧ ਚੁੱਕਿਆ ਖਾਸ ਕਰਕੇ ਜਿਹੜਾ ਛੋਟਾ ਚਾਹੇ ਬਿਜ਼ਨਸ ਵਾਲਾ ਤੇ ਖਾਸ ਕਰਕੇ ਜਿਹੜਾ ਕਿਸੇ ਜੌਬ ਕਰ ਰਿਹਾ ਕੋਈ ਸੈਲਰੀਡ ਕਲਾਸ ਹੈ ਪਰ ਕੈਪੀਟਾ ਜੋ ਇਨਕਮ ਗਰੋਥ ਹੋਏਗੀ ਹੈ ਇਸ ਪਿਛਲੇ 10 ਸਾਲ ਦੇ ਵਿੱਚ ਹੋਈ ਹੈਗੀ is 23% that's more than any other period before that I agree that inflation ਦੇ ਕਰਕੇ ਉਹ ਜਿਹੜੀ 23% ਇਨਕਮ ਗਰੋਥ ਹੋਈ ਹੈਗੀ ਆ ਉਹ ਇਸ ਟਾਈਮ ਤੇ ਪਿਛਲੇ ਕੁਝ ਸਾਲਾਂ ਦੇ ਵਿੱਚ ਲੋਕ ਫੀਲ ਨਹੀਂ ਕਰ ਸਕਦੇ ਹੈਗੇ obviously ਕਿਉਂਕਿ ਮਹਿੰਗਾਈ ਹੋ ਗਈ ਹੈਗੀ ਆ ਪਰ ਉਹ ਮਹਿੰਗਾਈ ਸਿਰਫ ਕੈਨੇਡਾ ਦੇ ਵਿੱਚ ਨਹੀਂ ਹੋਈ ਹੈਗੀ ਉਹ ਮਹਿੰਗਾਈ ਜਿਹੜੀ ਹੈਗੀ I would argue Trudeau ਦੇ ਕਰਕੇ ਨਹੀਂ ਹੋਈ ਹੈਗੀ ਉਹ ਮਹਿੰਗਾਈ ਜੋ ਪੈਂਡੈਮਿਕ ਤੋਂ ਬਾਅਦ ਜੋ ਇਕੋਨਮੀ ਸ਼ਟ ਡਾਊਨ ਕਰਨੀ ਪਈ ਹੈਗੀ ਹੈ ਉਸ ਤੋਂ ਬਾਅਦ ਜੋ ਸਪਲਾਈ ਚੇਨਸ ਦੇ ਵਿੱਚ ਪ੍ਰੋਬਲਮ ਆਈ ਹੈਗੀ ਹੈ ਜੋ ਵਾਰਸ ਹੋ ਰਹੀਆਂ ਹੈਗੀਆਂ ਇੰਟਰਨੈਸ਼ਨਲੀ ਯੂਕਰੇਨ ਦੇ ਵਿੱਚ ਜੋ ਸਪਲਾਈ ਦੇ ਨਾਲ ਪ੍ਰੋਬਲਮ ਆਈ ਹੈ that has caused this around the world ਤੁਸੀਂ ਅਮਰੀਕਾ ਜਾ ਕੇ ਦੇਖੋ they are in a worse position. Look at the price of milk in America right now. It's higher than in Canada. So ਤੁਹਾਡਾ ਕਹਿਣ ਦਾ ਤੁਹਾਡਾ ਕੀ ਖਿਆਲ ਹੈ ਕਿ ਸਾਰੀ ਦੀ ਸਾਰੀ ਜਿਹੜੀ ਇਸ ਵੇਲੇ ਕ੍ਰਿਟਿਸਿਜ਼ਮ ਹੋਈ ਹੈ ਰੇਟਿੰਗ ਡਾਊਨ ਹੋਈ ਹੈ ਪ੍ਰਾਈਮ ਮਿਨਿਸਟਰ ਦੀ ਆਪਣੀ ਨੁਕਤਾਚੀਨੀ ਹੋ ਰਹੀ ਹੈ ਇਹ ਮੇਨਲੀ ਸਿਰਫ ਤੇ ਸਿਰਫ ਜਿਹੜੀਆਂ ਇਹ ਹੈਗੀਆਂ ਨੇ ਇਮੀਗ੍ਰੇਸ਼ਨ ਪਾਲਿਸੀ ਕਰਕੇ ਹੋ ਰਹੀ ਹੈ ਇਕਨੋਮੀ ਵਾਲਾ ਪਾਰਟ ਤੁਸੀਂ ਸਮਝਦੇ ਹੋ ਕਿ ਸ਼ਾਇਦ ਨਹੀਂ ਹੈ No, I'm saying that ਜਿਹੜਾ ਵੀ ਪ੍ਰਾਈਮ ਮਿਨਿਸਟਰ ਹੈਗਾ ਆ ਕਿਸੇ ਵਕਤ ਦਾ ਜੋ ਵੀ ਕੰਟਰੀ ਦੇ ਵਿੱਚ ਹੋ ਰਿਹਾ ਹੈਗਾ ਭਾਵੇਂ ਉਹ ਸਾਰੀ ਦੁਨੀਆ ਦੇ ਵਿੱਚ ਹੋ ਰਿਹਾ ਹੈਗਾ that the people of that country are going to hold the leader responsible, right? ਭਾਵੇਂ ਉਹ ਲੀਡਰ ਦਾ direct impact ਜਾਂ influence ਉਹਨਾਂ ਦੀ policies ਦੇ through ਉਸ ਚੀਜ਼ ਤੇ ਹੈ ਜਾਂ ਨਹੀਂ ਹੈ the leader will be responsible, right? So ਇੱਕ democracy ਦਾ ਇੱਕ ਹਿੱਸਾ ਹੈਗਾ ਆ and I'm not saying there's anything wrong with that. So ਜੋ ਵੀ ਅੱਜ ਸਿਚੁਏਸ਼ਨ ਹੈਗੀ ਆਪਾਂ ਦੇਖਿਆ ਹੀ ਹੈਗਾ UK ਦੇ ਵਿੱਚ what happened in the election with Rishi Sunak, what happened with Joe Biden and ਉਸ ਤੋਂ ਬਾਅਦ Kamala Harris ਆਈ ਆ they have high inflation rates, right? We went to almost 9% inflation after the pandemic or 8.1%. ਹੁਣ ਆਪਾਂ 2% ਤੇ ਥੱਲੇ ਆਏ ਹੈਗੇ ਆ 1.9% ਤੇ ਵਾਪਸ ਆਏ ਹੈਗੇ ਆ ਸੋ ਜੋ ਬੈਂਕ ਆਫ ਕੈਨੇਡਾ ਦੀ ਵੀ ਪਾਲਿਸੀਜ਼ ਹੈਗੀਆਂ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਇੰਟਰਸਟ ਹਾਈ ਕਰਨੀ ਪਈ ਆ ਜਿਹੜੀ sky high inflation rates ਸੀਗੀਆਂ ਉਹਨੂੰ ਥੱਲੇ ਲੈ ਕੇ ਆਉਣ ਲਈ but we have been successful, right? about 2% ਤੋਂ ਥੱਲੇ ਵਾਪਸ ਲੈ ਆਂਦੀ ਇਨਫਲੇਸ਼ਨ ਇਹ ਸਿਰਫ ਕੈਨੇਡਾ ਦੇ ਵਿੱਚ ਨਹੀਂ ਹੋਇਆ ਟਰੂਡੋ ਇੰਨਾ ਪਾਵਰਫੁਲ ਨਹੀਂ ਹੈਗਾ ਵੀ ਉਹ ਸਾਰੀ ਦੁਨੀਆ ਤੇ ਵਕਤ ਲੈ ਆਵੇ right? So I think we need to recognize those things and it doesn't mean ਵੀ ਹਰ ਇੱਕ ਬੰਦੇ ਦੀ ਐਵਰੇਜ ਲਾਈਫ ਬੈਟਰ ਹੋ ਜਾਂਦੀ ਹੈਗੀ ਉਹ ਰੈਕਗਨਾਈਜ਼ ਕਰਨ ਦੇ ਨਾਲ right? but what I am saying is that ਜੋ ਇਸ ਟਾਈਮ ਦੇ ਵਿੱਚ ਜੋ ਸਾਥ ਇਸ ਗਵਰਨਮੈਂਟ ਨੇ ਲੋਕਾਂ ਦਾ ਦਿੱਤਾ ਹੈਗਾ ਆ ਜੋ ਇਕੋਨਮੀ ਨੂੰ ਵੀ ਸਟੀਅਰ ਕੀਤਾ ਹੈਗਾ ਜਿਸ ਤਰ੍ਹਾਂ ਇਸ
ਪਲ ਦੇ ਵਿੱਚ ਲੰਘਣ ਲਈ we've done a very very good job relatively speaking in comparison to all other G7 countries ਜਿਹੜੀ ਹੁਣ OECD ਹੈਗੀ ਆ and IMF ਹੈਗੀ ਆ ਅਗਲੇ ਸਾਲ ਦੀ ਜਿਹੜੀ ਇਸ ਸਾਲ ਦੀ ਸੌਰੀ 2025 ਦੇ ਵਿੱਚ ਆਪਾਂ ਆਲਰੇਡੀ ਆ ਗਏ ਹੈਗੇ ਆ 2025 ਦੀ ਗਰੋਥ ਜਿਹੜੀ ਪ੍ਰੈਡਿਕਟ ਕਰਦੇ ਹੈਗੇ ਆ ਉਹ ਸਾਰੀ G7 ਤੋਂ ਜ਼ਿਆਦਾ ਕੈਨੇਡਾ ਦੀ ਕਰ ਰਹੇ ਹੈਗੇ ਨੇ ਜਦੋਂ ਆਪਾਂ ਡੈਟ ਟੂ GDP ਰੇਸ਼ੀਓਜ਼ ਦੀ ਗੱਲ ਕਰਦੇ ਹੈਗੇ ਆ and ਤੁਸੀਂ ਇਸ ਪ੍ਰੋਗਰਾਮ ਤੇ ਕਾਫੀ ਵਾਰ ਇਸ ਚੀਜ਼ ਦੀ ਗੱਲ ਕੀਤੀ ਹੈਗੀ ਆ I know there's a lot of concern about that, especially jo fall economic statement ਹੁਣ ਆਇਆ ਸੀਗਾ ਪਰ ਜੋ ਆਪਣੀ ਸਿਚੁਏਸ਼ਨ ਹੈਗੀ ਆ ਜੋ ਕ੍ਰੈਡਿਟ ਏਜੰਸੀਜ਼ ਕੈਨੇਡਾ ਵਰਲਡ ਦੁਨੀਆ ਦੀਆਂ ਹੈਗੀਆਂ ਨੇ ਆਪਾਂ ਨੂੰ AAA ਰੇਟਿੰਗ ਹਜੇ ਵੀ ਦੇ ਰਹੀਆਂ ਹੈਗੀਆਂ ਨੇ ਆਪਣੀ ਡੈਟ ਟੂ GDP ਰੇਸ਼ੀਓ ਟਰੂਡੋ ਦੇ ਥੱਲੇ ਗਰੋ ਹੋਈ ਆ it went from 43% to 50%. Do you know what the US's is? The US is 112%. They went from 80 ਪਿਛਲੇ 10 ਸਾਲਾਂ ਦੇ ਵਿੱਚ they went to a debt to GDP ratio of 86% to 112%. Canada it per capita ਗਿਣਿਆ ਜਾਂਦਾ ਹੈਗਾ it's not Canada went from 43 to 50. We are in a good position fiscally. So ਇਹ ਗੱਲ ਕੀਤੀ ਜਾਂਦੀ ਹੈਗੀ ਆ ਬਾਰ-ਬਾਰ ਵੀ ਆਪਣੀ ਜਿਹੜੀ GDP ਦੀ ਇਨਕਮ ਆਉਂਦੀ ਹੈਗੀ ਆ ਉਸ ਦੇ ਹਿਸਾਬ ਦੇ ਨਾਲ ਆਪਣੀ ਜਿਹੜੀ debt to GDP ratio ਹੈਗੀ ਆ ਉਹ 50% ਹੈਗੀ ਆ that's half the amount of the US election ਦੇ ਵਿੱਚ the US political discourse ਦੇ ਵਿੱਚ debt ਦੀ ਕਦੇ ਗੱਲ ਹੀ ਨਹੀਂ ਹੁੰਦੀ ਹੈਗੀ ਤੁਸੀਂ ਕਦੇ ਸੁਣਿਆ ਹੈਗਾ ਉਹਨਾਂ ਦੀ presidential elections ਦੇ ਵਿੱਚ that they are talking about that. I'm not saying it's not important but I'm just saying that ਕੁਛ ਚੀਜ਼ਾਂ Canadian political culture ਦੇ ਵਿੱਚ ਹੁੰਦੀਆਂ ਹੈਗੀਆਂ ਨੇ but I think we should also bring ourselves out and have a global world view of where we stand at a global position. ਹੁਣ ਮੇਰੇ ਵੱਲੋਂ ਇਹ ਆਖਰੀ ਸਵਾਲ ਹੈ ਕਿ ਪੋਲਿਟਿਕਸ ਦੇ ਵਿੱਚ ਦੇਖੋ ਸਰਕਾਰਾਂ ਬਣਦੀਆਂ ਨੇ ਸਰਕਾਰਾਂ ਜਾਂਦੀਆਂ ਨੇ ਲੀਡਰ ਪੋਪੂਲਰ ਹੁੰਦੇ ਨੇ ਲੀਡਰ ਦੀ ਪੋਪੂਲਰਿਟੀ ਚਲੇ ਜਾਂਦੀ ਹੈ ਕੋਈ ਅਣਹੋਣੀ ਨਹੀਂ ਸਾਰੀ ਦੁਨੀਆ 'ਚ ਹੁੰਦਾ ਡੈਮੋਕ੍ਰੈਟਿਕ ਵਰਲਡ 'ਚ ਲੀਡਰ ਕਿਸੇ ਵੇਲੇ ਬਹੁਤ ਪੋਪੂਲਰ ਹੁੰਦੇ ਆ ਮੁੜ ਕੇ ਬਿਲਕੁਲ ਹੀ ਛੱਡ ਜਾਂਦੇ ਨੇ ਆਲੋਪ ਹੋ ਜਾਂਦੇ ਨੇ ਖਤਮ ਹੋ ਜਾਂਦੇ ਸੋ ਇਹ ਕੋਈ ਨਵੀਂ ਚੀਜ਼ ਨਹੀਂ ਹੈ ਕੋਈ ਲਿਬਰਲ ਪਾਰਟੀ ਨਾਲ ਜਾਂ ਟਰੂਡੋ ਨਾਲ ਹੋ ਰਹੀ ਹੈ ਪਰ ਕਈ ਲੋਕ ਇਹ ਕਹਿੰਦੇ ਨੇ ਈਵਨ ਜਿਹੜੇ ਤੁਹਾਡੇ ਪਾਰਟੀ ਦੇ ਵੈਲ ਵਿਸ਼ਰ ਕਿ ਪਾਰਟੀਆਂ ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ ਪਰ ਟਰੂਡੋ ਦੀ ਅਗਵਾਈ 'ਚ ਹਾਲ ਇਹ ਹੋ ਗਿਆ ਕਿ ਜਿਸ ਤਰ੍ਹਾਂ ਓਨਟੇਰੀਓ 'ਚ ਕੈਥਲੀਨ ਵਿਨ ਦੀ ਲੀਡਰਸ਼ਿਪ ਹੇਠ ਹੋਇਆ ਕਿ ਪਾਰਟੀ ਇੰਨੀ ਥੱਲੇ ਡਿੱਗ ਗਈ ਅਤੇ ਹੁਣ ਤੱਕ ਵੀ ਜਿਹੜਾ ਹੈ ਦੁਬਾਰਾ ਪੈਰ ਓਨਟੇਰੀਓ 'ਚ ਨਹੀਂ ਲੱਗੇ ਅਤੇ ਟਰੂਡੋ ਦੀ ਲੀਡਰਸ਼ਿਪ ਹੇਠ ਫੈਡਰਲ ਲਿਬਰਲ ਪਾਰਟੀ ਨਾਲ ਵੀ ਉਹੀ ਕੁਛ ਹੋ ਸਕਦਾ ਕਿ ਪਾਰਟੀ ਚੌਥੇ ਨੰਬਰ 'ਤੇ ਪਹੁੰਚ ਸਕਦੀ ਹੈ ਇਹ ਜਿਹੜੀ ਹੈਗੀ ਹੈ ਨਾਰਮਲ ਸਿਚੁਏਸ਼ਨ ਨਹੀਂ ਹੈ ਕਈ ਜਿਹੜੇ ਐਨਾਲਿਸਟ ਈਵਨ ਜਿਹੜੇ ਤੁਹਾਡੇ ਪਾਰਟੀ ਦੇ ਵੈਲ ਵਿਸ਼ਰ ਇਸ ਤਰ੍ਹਾਂ ਕਹਿੰਦੇ ਆ So, I mean, you think it's not a normal situation, but Brian Mulroney, the parliament ne naal ki hoya siga. What happened to Brian Mulroney's government? They came down to 2 seats. 80s ਦੀ ਗੱਲ ਹੈਗੀ ਹੈ ਨਾ ਹਾਂਜੀ ਸਭ ਤੋਂ ਵੱਡਾ ਬਹੁਤ ਵੱਡਾ ਡੈਫਿਸਿਟ ਛੱਡ ਕੇ ਗਏ ਸੀ ਉਸ ਤੋਂ ਬਾਅਦ ਜੌਨ ਕ੍ਰੈਚੀਆ ਆਇਆ ਸੀਗਾ ਉਸ ਟਾਈਮ ਤੇ ਆਪਣੀ ਰੇਟਿੰਗ ਬਿਲਕੁਲ ਹੀ AAA ਰੇਟਿੰਗ ਤਾਂ ਛੱਡੋ ਆਈ ਥਿੰਕ ਸਿੰਗਲ A ਰੇਟਿੰਗ ਵੀ ਨਹੀਂ ਸੀਗੀ ਆਪਣੀ ਕੰਟਰੀ ਦੀ ਐਂਡ ਬੈਂਕਰਪਸੀ ਤੱਕ ਜਾ ਰਹੇ ਸੀਗੇ that was the ਜੋ ਹਾਲਾਤ ਸੀਗੇ ਉਸ ਟਾਈਮ ਦੇ ਵਿੱਚ right so I think it is very important to look at Canadian political history at a longer period of time than just comparing ਪਿਛਲੇ ਕੁਛ terms and ਜੋ ਹੋ ਰਿਹਾ ਹੈਗਾ ਆ let's see I mean once again ਮੈਂ ਹਜੇ ਹੋਣੀ ਕਹਿ ਕੇ ਹਟੀ ਹਾਂ ਵੀ I would never count the Liberal Party of Canada out we are the party with the most seats in the House of Commons right now ਉਹ ਆਪਣੀ ਇਸ ਟਾਈਮ ਤੇ ਪੋਜੀਸ਼ਨ ਹੈਗੀ ਆ ਗਾਹਾਂ ਕੀ ਪ੍ਰੈਡਿਕਟ ਕਰਦੇ ਹੈਗੇ ਆ ਵੀ ਆਉਣ ਵਾਲੀ ਇਲੈਕਸ਼ਨ ਤੋਂ ਬਾਅਦ ਕੀ ਹੋਣਾ ਹੈਗਾ ਆ ਦੇਖੋ ਇਹ ਤਾਂ ਟਾਈਮ ਹੀ ਦੱਸ ਸਕਦਾ ਹੈਗਾ ਆ ਪੋਲਿਟਿਕਸ ਆਪਾਂ ਦੇਖ ਹੀ ਰਹੇ ਹੈਗੇ ਆ ਤੁਸੀਂ ਇੱਕ ਪੋਲੀਟੀਕਲ ਕਮੈਂਟੇਟਰ ਹੈਗੇ ਆ ਵੀ ਇੱਕ ਦਿਨ ਦੇ ਵਿੱਚ ਬਹੁਤ ਕੁਝ ਬਦਲ ਸਕਦਾ ਹੈਗਾ ਆ ਸੋ ਲੈਟਸ ਸੀ ਹੂ ਦ ਨਿਊ ਲੀਡਰ ਵਿਲ ਬੀ ਉਹਨਾਂ ਦੀ ਕੀ ਵਿਜ਼ਨ ਹੋਊਗੀ we talked a lot I think the economy really is everyone's number one concern and so is time ਦੇ ਵਿੱਚ ਵੀ ਜੋ ਪ੍ਰਾਈਮ ਮਿਨਿਸਟਰ ਵੀ ਕਹਿ ਰਹੇ ਹੈਗੇ ਨੇ ਵੀ ਆਉਣ ਵਾਲੇ ਮਹੀਨਿਆਂ 'ਚ ਉਹਨਾਂ ਦਾ economic focus ਹੀ ਰਹੂਗਾ and I believe that ਜਿਹੜਾ ਵੀ ਕੋਈ ਨਵਾਂ ਲੀਡਰ ਵੀ ਆਊਗਾ ਉਹ ਇੱਕ economic vision ਹੀ ਲੈ ਕੇ ਆਊਗਾ and ਜੋ fall economic statement ਜੋ ਸਾਡਾ last piece present ਕੀਤਾ ਗਿਆ ਸੀਗਾ ਪਾਰਲੀਮੈਂਟ ਦੇ ਵਿੱਚ ਉਹਦੇ ਵਿੱਚ ਇੱਕ deficit to over budget case I know that was discussed on the show as well ਪਰ ਜਿਸ ਤਰ੍ਹਾਂ ਬਜਟਸ ਨੂੰ ਕੈਲਕੂਲੇਟ ਕੀਤਾ ਜਾਂਦਾ ਹੈਗਾ ਆ ਜੋ ਪਾਲਿਸੀਜ਼ ਡਿਪਾਰਟਮੈਂਟਸ ਦੀਆਂ ਹੈਗੀਆਂ ਨੇ ਉਹਦੇ ਵਿੱਚ ਕੁਝ ਸਪੈਂਡਿੰਗ ਹੈਗੀ ਆ ਜੋ ਸਪੈਂਡਿੰਗ ਹਜੇ ਹੋਈ ਵੀ ਨਹੀਂ ਹੈਗੀ
right? $16.1 billion ਜਿਹੜੇ ਉਹਦੇ ਵਿੱਚ ਅਕਾਊਂਟ ਕੀਤੇ ਗਏ ਹੈਗੇ ਨੇ ਅਕਾਊਂਟਿੰਗ ਪ੍ਰੈਕਟਿਸਿਸ ਦੇ ਅਕੋਰਡਿੰਗਲੀ ਉਹ ਇੱਕ ਕੰਟਿੰਜੈਂਟ ਲਾਇਬਿਲਿਟੀ ਹੈਗੀ ਹੈ ਕੰਟਿੰਜੈਂਟ ਲਾਇਬਿਲਿਟੀ ਮਤਲਬ ਜੋ ਲਾਸੂਟਸ ਇੰਡੀਜਨਸ ਕਮਿਊਨਿਟੀਜ਼ ਦੇ ਨਾਲ ਲੈਂਡ ਦੇ ਪਿੱਛੇ ਹੋ ਰਹੀਆਂ ਹੈਗੀਆਂ ਨੇ ਉਹਨਾਂ ਦਾ ਕੈਲਕੂਲੇਸ਼ਨ ਹੈਗੀ ਆ ਵੀ ਇਹ ਲਾਸੂਟ ਦਾ ਸੈਟਲਮੈਂਟ ਜਾਂ ਜੋ ਇਨ ਕੋਰਟ ਵਰਡਿਕਟ ਹੋ ਸਕਦਾ ਹੈਗਾ ਆਉਣ ਵਾਲੇ ਸਾਲ ਦੇ ਵਿੱਚ ਇਹ ਹੋ ਸਕਦਾ ਹੈਗਾ ਆ ਤੇ ਉਹਨੂੰ ਵਿੱਚ ਅਕਾਊਂਟ ਕੀਤਾ ਗਿਆ ਹੈਗਾ ਆ ਸੋ ਦੈਟਸ 16.1 ਜਸਟ ਬਿਲੀਅਨ ਡਾਲਰਸ ਦੇਅਰ ਕੁਝ 20 ਬਿਲੀਅਨ ਕਿਹਾ ਗਿਆ ਸੀਗਾ ਵੀ ਓਵਰ ਬਜਟ ਚੱਲੇ ਹੈਗੇ ਆ ਔਰ ਓਵਰ ਵਾਟ ਵੀ ਹੈਡ ਪ੍ਰੈਡਿਕਟਡ that was a large part of it. So there are different accounting principles that make that happen, and it sounds very bad to Canadians. But like I've said before, I would argue that we have been good stewards of the economy. Time definitely difficult aya haiga duniya te, but we will see people through this time and we will come out better. ਮੇਰੇ ਕੋਲ ਸਵਾਲ ਆ ਰਿਹਾ ਮੈਂ ਆਖਰੀ ਸਵਾਲ ਇਹ ਲੈਣਾ ਚਾਹੁੰਦਾ ਸਾਡੇ ਲਿਸਨਰ ਵੱਲੋਂ ਆ ਰਿਹਾ ਕਿਉਂਕਿ ਇਹ ਰੈਲੇਵੈਂਟ ਹੈਗਾ ਸਾਡੇ ਆਮ ਲੋਕਾਂ ਲਈ ਕਿਉਂਕਿ ਹਾਊਸਿੰਗ ਕ੍ਰਾਈਸਿਸ ਜਿਹੜਾ ਪੈਦਾ ਹੋਇਆ ਉਹ ਵੀ ਇੱਕ ਬੜਾ ਵੱਡਾ ਉਹਨੇ ਰੋਲ ਪਲੇ ਕੀਤਾ ਜਿਹੜੀ ਇਸ ਗਵਰਨਮੈਂਟ ਦੀ ਕ੍ਰਿਟਿਸਿਜ਼ਮ ਹੋਈ ਹੈ ਬਿਲਕੁਲ ਤੇ ਹਾਊਸਿੰਗ ਕ੍ਰਾਈਸਿਸ ਪੈਦਾ ਹੋਣ ਦੇ ਬਹੁਤ ਸਾਰੇ ਰੀਜ਼ਨ ਨੇ ਹੁਣ ਸਿਰ ਲੰਬੀ ਡਿਬੇਟ ਹੈ ਉਹਦੇ 'ਚ ਅਸੀਂ ਨਹੀਂ ਜਾਂਦੇ ਇੱਕ ਜਿਹੜਾ ਫਾਲ ਇਕਨੋਮਿਕ ਸਟੇਟਮੈਂਟ 'ਚ ਸੀਗੀ ਹੁਣ ਇਹ ਆਈਟਮ ਕਿ ਜਿਹੜੀ ਇਹਨੂੰ CRA ਨਾਲ ਲਿੰਕ ਕੀਤਾ ਜਾਊਗਾ ਇਨਕਮ ਵੈਰੀਫਿਕੇਸ਼ਨ ਲਈ ਜਿਹੜੀ ਮੌਰਗੇਜ ਲੋਨ ਦੀ ਐਪਲੀਕੇਸ਼ਨ ਨੂੰ ਉਹਦਾ ਕੀ ਸਟੇਟਸ ਹੈ ਹੁਣ Since the fall economic statement, I think ਤੁਸੀਂ ਦੇਖਿਆ ਹੀ ਹੈਗਾ ਹੈ ਉਸ ਤੋਂ ਬਾਅਦ ਪਾਰਲੀਮੈਂਟ ਦਾ ਸੈਸ਼ਨ ਨਹੀਂ ਹੋਇਆ ਹੈਗਾ we went into the Christmas holiday so we would need new policy, new law to link those two things जो problem ਪਹਿਲਾਂ ਵੀ ਰਹੀ ਹੈਗੀ and I've asked many finance ministers about this ਕਿਉਂਕਿ I agree that ਵੀ ਮੁੜ ਤੋਂ ਹੀ ਇਸ ਤਰ੍ਹਾਂ ਦਾ practice ਹੋਣਾ ਚਾਹੀਦਾ ਸੀਗਾ and I've talked to even previous Minister Monroe, Bill Monroe as well before. Bill Morneau. And the issue always is that they think it is a good idea, but jo privacy laws ਹੈਗੀਆਂ ਨੇ ਇਸ country ਦੀਆਂ ਉਹ ਦੋ agencies ਨੂੰ allow ਨਹੀਂ ਕਰਦੀਆਂ ਹੈਗੀਆਂ information share ਕਰਨ ਲਈ. And so there would have to be a change in legislation and Privacy Act in order to allow for that. So I still believe that it is something that would be a very positive thing and it would reset and make sure that ਇੱਕ ਤਾਂ ਜੋ ਫਿਲਹਾਲ ਹੁਣ ਉਹ ਜੋ ਫਾਲ ਇਕਨੋਮਿਕ ਸਟੇਟਮੈਂਟ 'ਚ ਜੋ ਕੀਤੀ ਹੋਈ ਆਈਟਮ ਹੁਣ ਇਸ ਵੇਲੇ ਉਹਦਾ ਕੋਈ ਸਟੇਟਸ ਨਹੀਂ ਰੈਲੇਵੈਂਟ ਨਹੀਂ ਹੈ ਹੁਣ ਖਤਮ ਹੋ ਗਈ It's not it is relevant. It shows the roadmap of the things that we want to do. ਪਰ ਉਹਦੇ ਨਾਲ ਫਰਦਰ ਕੋਈ ਲੈਜਿਸਲੇਸ਼ਨ ਉਹਦੇ ਲਈ ਜੋ ਰਿਕੁਆਇਰਡ ਸੀ ਉਹ ਉਦੋਂ ਤੱਕ ਨਹੀਂ ਹੋ ਸਕਦੀ ਜਦੋਂ ਤੱਕ ਹੁਣ ਫਾਰਮਲੀ ਇੰਟਰੋਡਿਊਸ ਨਹੀਂ ਹੁੰਦੀ Yes. So ਉਹੀ ਮੈਂ ਕਹਿ ਰਹੀ ਹੈਗੀ ਹਾਂ ਵੀ ਪ੍ਰਾਈਵੇਸੀ ਐਕਟ ਦੀ ਚੇਂਜਸ ਲਿਆਉਣੀਆਂ ਪੈਣਗੀਆਂ ਉਸ ਚੇਂਜਸ ਪਾਰਲੀਮੈਂਟ ਦੇ ਥਰੂ ਹੀ ਹੋ ਸਕਦੀਆਂ ਹੈਗੀਆਂ ਨੇ ਸੋ ਕੁਛ ਮਹੀਨਿਆਂ ਲਈ ਉਹ ਨਹੀਂ ਹੋ ਸਕਦਾ ਹੈਗਾ ਬਟ ਆਈ ਡੂ ਥਿੰਕ ਇਟਸ ਇੰਪੋਰਟੈਂਟ ਦ ਗਵਰਨਮੈਂਟ ਥਿੰਕਸ ਇਟਸ ਇੰਪੋਰਟੈਂਟ ਜਿਹੜਾ ਫਾਲ ਇਕਨੋਮਿਕ ਸਟੇਟਮੈਂਟ ਸੀਗਾ that shows ਵੀ ਕਿਹੜੇ policies ਤੇ ਅਸੀਂ ਕੰਮ ਕਰਨਾ ਚਾਹੁੰਦੇ ਹੈਗੇ ਆ ਆਉਣ ਵਾਲੇ ਟਾਈਮ ਦੇ ਵਿੱਚ so this becomes a roadmap as to what things we believe need to get done. ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਮਿਨਿਸਟਰ ਤੁਸੀਂ ਆਏ ਤੇ ਕਾਫੀ ਡਿਟੇਲ 'ਚ ਵਿਸਥਾਰ 'ਚ ਸਾਡੇ ਨਾਲ ਗੱਲਬਾਤ ਕੀਤੀ ਜੋ ਇਸ ਵੇਲੇ ਕਰੰਟ ਸਿਚੁਏਸ਼ਨ ਹੈ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਥੈਂਕ ਯੂ Thank you so much, Shamil.